ਗੁਰ ਪ੍ਰਸਾਦ। ਵਾਹਿਗੁਰੂ 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 ਰਾਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਗਲ ਦਵਾਰ ਕੋ ਸਾਢ ਕੈ ਗਇਓ ਤੁਹਾਰੋ ਦਵਾਰ। ਵਾਹਿਗੁਰੂ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ। ਜੋ ਜਨ ਭਾਉ ਭਗਤ ਕਛ ਜਾਣੈ ਤਾ ਕੋ ਅਚਰਜ ਕਾਹੋ। ਜਿਉ ਜਲ ਜਲ ਮੈਂ ਪੈਸ ਨਾ ਨਿਕਸੈ ਤਿਉ ਢੁਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜੋ ਤਨ ਕਾਂਸੀ ਤਜੈ ਕਬੀਰਾ। ਰਮਈਐ ਕਹਾਂ ਨ ਹੋਰਾ ਰਹਾਉ। ਕਹਿਤ ਕਬੀਰ ਸੁਣੋ ਰੇ ਲੋਈ ਭਰਮ ਨਾ ਭੂਲੋ ਕੋਈ। ਕਿਆ ਕਾਂਸੀ ਕਿਆ ਊਖਰ ਮਗਹਰ ਰਾਮ ਹਿਰਦੈ ਜੋ ਹੋਈ। ਪਰਮ ਸਨਮਾਨਯੋਗ ਚਾਵਰ ਸਤਿਗੁਰ ਤਖਤ ਦੇ ਮਾਲਕ ਸ਼ਬਦ ਗੁਰੂ ਕਲਯੁਗੀ ਓਟ ਦੀਨ ਦੁਨੀ ਦੇ ਮਾਲਕ ਸਾਰੇ ਹੀ ਸੰਸਾਰ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਨਿੱਘੀ ਗੋਦ ਦੇ ਅੰਦਰ ਬਿਰਾਜਮਾਨ ਗੁਰੂ ਦੀ ਪਿਆਰੀ ਗੁਰੂ ਦੀ ਸਵਾਰੀ ਸਾਜੀ ਨਵਾਜੀ ਸਤ ਸੰਗ ਜੀਓ ਬੜੇ ਹੀ ਅਦਬ ਪਿਆਰ ਸਤਿਕਾਰ ਨਿਮਰਤਾ ਸਹਿਤ ਗੁਰਫਤਿਹ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ
ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਆਪ ਸਰਬ ਸੰਗਤਾਂ ਦੂਰੋਂ ਨੇੜੋਂ ਚੱਲ ਕਰਕੇ ਉਸ ਮਹਾਨ ਸ਼ਖਸੀਅਤ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਸਥਾਨ ਗੁਰਦੁਆਰਾ ਗੁਰਸਾਗਰ ਮਸਤੂਨਾ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਅੰਦਰ ਹਾਜ਼ਰੀ ਭਰਨ ਦੇ ਲਈ ਔਰ ਆਪਣੇ ਮਨੁੱਖਾ ਜਨਮ ਨੂੰ ਸਫਲ ਬਣਾਉਣ ਵਾਸਤੇ ਆ ਕਰਕੇ ਸਤਿਗੁਰਾਂ ਨੂੰ ਨਤਮਸਤਕ ਹੋਏ ਹਾਂ। ਆਪ ਜੀ ਬੜੇ ਹੀ ਅਦਬ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ ਔਰ ਬੜੇ ਪ੍ਰੇਮ ਦੇ ਅੰਦਰ ਵਾਹਿਗੁਰੂ ਜੀ ਦੇ ਜਾਪ ਦੇ ਨਾਲ ਜੁੜੇ ਹੋਏ ਸਾਂ। ਸਤਿਗੁਰੂ ਜੀ ਆਪਣੇ ਬਾਣੀ ਦੇ ਅੰਦਰ ਇਸ ਕਲਯੁਗ ਦੇ ਸਮੇਂ ਦੇ ਅੰਦਰ ਤੇ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਵਾਸਤੇ ਤੇ ਪਾਪਾਂ ਦੀ ਖਲਾਸੀ ਕਰਨ ਵਾਸਤੇ ਸਤਿਗੁਰੂ ਜੀ ਨਾਮ ਦੇ ਵੱਲ ਪ੍ਰੇਰਿਤ ਕਰਦੇ ਆ। ਗੁਰੂ ਸਵਾਰਿਓ, ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੋਵੇ ਨਾ, ਸੁਖੱਲਾ ਬਣਾਉਣਾ, ਤਾਂ ਸਤਿਗੁਰੂ ਜੀ ਕਹਿਣ ਲੱਗੇ ਉਸ ਅਗੰਮੀ ਤੇ ਅਲਾਹੀ ਬਾਣੀ ਤੋਂ ਬਿਨਾਂ ਤੇ ਵਾਹਿਗੁਰੂ ਜੀ ਦੀ ਕੀਰਤੀ, ਉਹਦੀ ਆਰਾਧਨਾ ਤੋਂ ਬਿਨਾਂ ਜੀਵਨ ਦੇ ਵਿੱਚ ਬਦਲਾਅ ਨਹੀਂ ਆ ਸਕਦਾ। ਜੀਵਨ ਜਿਹੜਾ ਹੈ ਤੇ ਉਹ ਚੰਗਾ ਨਹੀਂ ਬਣ ਸਕਦਾ, ਸੋਹਣਾ ਨਹੀਂ ਬਣ ਸਕਦਾ। ਬੇਸ਼ੱਕ ਦੀ ਅਸੀਂ ਆਪਣੇ ਜੀਵਨ ਦੇ ਬਦਲਾਅ ਵਾਸਤੇ ਬੜਾ ਹੀ ਉਦਮ ਤੇ ਉਪਰਾਲਾ ਕਰਦੇ ਹਾਂ, ਸੋਚਦੇ ਹਾਂ ਕਿ ਵੀ ਮੈਂ ਆਪਣਾ ਜੀਵਨ ਬਦਲ ਦੇਣਾ ਹੈ। ਬੰਦੇ ਦੇ ਮਨ ਦੇ ਅੰਦਰ ਹਰ ਰੋਜ਼ ਨਿੱਤਾ ਪ੍ਰਤੀ ਬੜੇ ਖਿਆਲ ਆਉਂਦੇ ਨੇ। ਅਸੀਂ ਕਦੇ ਕਦੇ ਸੋਚਦੇ ਹਾਂ ਬੈਠ ਕਰਕੇ ਵੀ ਅੱਜ ਤੋਂ ਬਾਅਦ ਮੈਂ ਆਹ ਕੰਮ ਨਹੀਂ ਕਰਨਾ, ਮੈਂ ਇੱਦਾਂ ਕਰਨਾ, ਇਹ ਮੇਰੇ ਲਈ ਸਹੀ ਆ, ਅੱਜ ਤੋਂ ਬਾਅਦ ਮੈਂ ਇਹ ਨਹੀਂ ਕਰਨਾ, ਆਹ ਕਰਿਆ ਕਰਨਾ, ਪਰ ਅਕਸਰ ਹੁੰਦਾ ਨਹੀਂ ਹੈ। ਜੋ ਅਸੀਂ ਸੋਚਦੇ ਹਾਂ ਨਾ, ਤੇ ਉਹ ਸੋਚਾਂ ਸਾਡੀਆਂ ਜਿਹੜੀਆਂ ਤੇ ਉਹ ਮਨ ਦੇ ਵਿੱਚ ਹੀ ਰਹਿ ਜਾਂਦੀਆਂ ਨੇ। ਅਸੀਂ ਇਸ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਇੱਕ ਬਸ ਕਲੋਲਾਂ ਕਰਦੇ ਪਏ ਹਾਂ, ਕਲੋਲਾਂ। ਬੜਾ ਸੋਹਣਾ ਜ਼ਿਕਰ ਜਿਹੜਾ ਭਗਤ ਜੀ ਨੇ ਆਪਣੀ ਬਾਣੀ ਦੇ ਅੰਦਰ ਕੀਤਾ, ਉਹ ਕਹਿਣ ਲੱਗੇ ਵੀ ਸਾਡੀ ਜਿਹੜੀ ਹਾਲਤ ਆ ਨਾ ਗੁਰੂ ਸਵਾਰਿਓ, ਤੇ ਉਹ ਇੱਕ ਬਗਲੇ ਦੀ ਤਰ੍ਹਾਂ ਹੈ। ਇੱਕ ਬਗਲੇ ਦੀ ਉਦਾਹਰਨ ਦੇ ਕਰਕੇ ਸਾਨੂੰ ਸਮਝਾਉਣਾ ਕੀਤਾ ਵੀ ਸਾਨੂੰ ਕਦੇ ਯਾਦ ਚੇਤੇ ਨਹੀਂ ਹੈ। ਯਾਦ ਚੇਤੇ ਕੀ ਨਹੀਂ ਹੈ, ਭਾਵ ਕਿ ਸਾਨੂੰ ਮੌਤ ਯਾਦ ਨਹੀਂ ਹੈ ਕਿ ਵੀ ਅਸੀਂ ਇਸ ਦੁਨੀਆ ਤੋਂ, ਸੰਸਾਰ ਤੋਂ ਚਲੇ ਜਾਣਾ ਹੈ। ਤੇ ਜੇ ਕਿਤੇ ਮੌਤ ਯਾਦ ਹੋਵੇ ਨਾ, ਤੇ ਫਿਰ ਅਸੀਂ ਕਲੋਲਾਂ ਨਾ ਕਰੀਏ। ਕਹਿੰਦੇ ਜਿਹੜਾ ਬਗਲਾ ਨਾ, ਬਗਲਾ ਤੇ ਇਹ ਕਲੋਲਾਂ ਬੜੀਆਂ ਕਰਦਾ ਹੈ। ਕਦੇ ਇਹ ਸਮਾਧੀ ਲਾ ਕੇ ਬੈਠ ਜਾਂਦਾ ਹੈ, ਤੇ ਕਦੇ ਇਹ ਟਪੂਸੀਆਂ ਮਾਰਦਾ, ਇੱਧਰੋਂ ਉੱਧਰੋਂ ਉੱਠ ਕੇ ਬੈਠਦਾ, ਕਿਤੇ ਕਿੱਧਰੋਂ ਉਡਾਰੀ ਮਾਰਦਾ ਹੈ ਤੇ ਉੱਧਰ ਕਰਨੀ ਬੈਠ ਜਾਂਦਾ ਹੈ। ਤੇ ਭਗਤ ਜੀ ਨੇ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਗੁਰਬਾਣੀ ਅੰਦਰ। ਭਗਤੀ ਕਹਿੰਦੇ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਝ ਨੂੰ ਅਚੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕਿਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ ਸੋਗਾਲੀ ਰੱਬ ਕੀਆਂ। ਅਸੀਂ ਸੋਚਦੇ ਕੁਝ ਹੋਰ ਹਾਂ ਤੇ ਪਰ ਹੁੰਦਾ ਕੁਝ ਹੋਰ ਹੈ। ਤੇ ਇਹਦਾ ਭਾਵ ਇਹ ਹੈ ਕਿ ਵੀ ਸਾਨੂੰ ਕਦੇ ਮੌਤ ਜਿਹੜੀ ਹੈ ਤੇ ਉਹ ਯਾਦ ਚੇਤੇ ਨਹੀਂ। ਤੇ ਹੁਣ ਯਾਦ ਤਾਂ ਬਗਲੇ ਦੇ ਵੀ ਨਹੀਂ ਹੈ। ਕਹਿੰਦੇ ਉਹ ਵੀ ਬੈਠਾ ਕਿਨਾਰੇ ਦੇ ਉੱਪਰ
ਦਰਿਆ ਦੇ ਉੱਪਰ ਜਿਹੜਾ ਕੰਨੇ 'ਤੇ ਬੈਠਾ ਕਲੋਲਾਂ ਕਰ ਰਹੇ ਹੈ, ਪਰ ਉਹਨੂੰ ਕੀ ਪਤਾ ਵੀ ਕਿਹੜੇ ਵੇਲੇ ਆ ਕੇ ਮੈਨੂੰ ਆਵਾਜ਼ ਨੇ ਦਬੋਚ ਲੈਣਾ ਹੈ। ਇੱਥੇ ਗੱਲ ਜਿਹੜੀ ਹੈ ਉਹ ਸਾਡੀ ਜੀਵ ਆਤਮਾ ਦੀ ਹੈ, ਅਤੇ ਇੱਥੇ ਜਿਹੜਾ ਆਵਾਜ਼ ਹੈ ਅਤੇ ਉਹ ਜੰਮ ਰੂਪੀ ਭਾਵ ਕਿ ਮੌਤ ਰੂਪੀ ਆਵਾਜ਼ ਹੈ। ਮੌਤ ਰੂਪੀ ਆਵਾਜ਼ ਨੇ ਅਤੇ ਸਾਨੂੰ ਨਾ ਤਾਂ ਇਹ ਦੱਸਣਾ ਵੀ ਮੈਂ ਤੈਨੂੰ ਚੁੱਕ ਕੇ ਲੈ ਕੇ ਜਾ ਰਿਹਾ, ਉਹਦਾ ਕੋਈ ਵਸਾਹ ਨਹੀਂ ਹੈ, ਭਰੋਸਾ ਨਹੀਂ ਕਿ ਕਦੋਂ ਸਾਨੂੰ ਜਿਹੜਾ ਗਾ ਅਤੇ ਉਸ ਆਵਾਜ਼ ਨੇ ਚੁੱਕ ਕੇ ਲੈ ਜਾਣਾ ਹੈ। ਕਹਿੰਦੇ ਜਦੋਂ ਆਵਾਜ਼ ਚੁੱਕ ਕੇ ਲੈ ਕੇ ਜਾਂਦਾ ਨਾ, ਸਾਡੀ ਇਸ ਜਿੰਦ ਰੂਪੀ ਬੂਟੀ ਨੂੰ ਜਾਂ ਇਸ ਜਿੰਦ ਜਾਨ ਨੂੰ ਜਦੋਂ ਮੌਤ ਰੂਪੀ ਆਵਾਜ਼ ਚੁੱਕਦਾ ਅਤੇ ਭਗਤ ਫਰੀਦ ਜੀ ਕਹਿੰਦੇ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਗਈਆਂ। ਭਾਵ ਕਿ ਜਿਹੜੀਆਂ ਮਨ ਦੀਆਂ ਮਨ 'ਚ ਰਹਿ ਗਈਆਂ, ਕਦੇ ਚੇਤੇ ਦੇ ਵਿੱਚ ਵੀ ਨਹੀਂ ਸੀ ਵੀ ਇਸ ਤਰ੍ਹਾਂ ਵੀ ਹੋ ਜਾਏਗਾ। ਇਸੇ ਤਰ੍ਹਾਂ ਹੀ ਉਦਾਹਰਨਾਂ ਬੜੀਆਂ ਸਾਨੂੰ ਸਮਝਾਉਣ ਵਾਸਤੇ ਦਿੱਤੀਆਂ ਗੁਰੂ ਸਾਹਿਬ ਜੀ ਨੇ ਬਾਣੀ ਅੰਦਰ, ਵੀ ਆਪਣੇ ਜੀਵਨ ਦੇ ਅੰਦਰ ਨਾ ਬਦਲਾਅ ਲੈ ਕੇ ਆ, ਬਸ ਬਦਲਣਾ ਹੈ। ਅਸੀਂ ਬਦਲਿਆ ਕਾਹਦੇ ਨਾਲ ਜਾਏਗਾ। ਮੈਂ ਅਕਸਰ ਹੀ ਇੱਕ ਜ਼ਿਕਰ ਕਰਦਾ ਹੁੰਦਾ ਕਿ ਸਤਿਗੁਰੂ ਜੀ ਦੀ ਜੋ ਬਾਣੀ ਹੈ ਨਾ ਗੁਰੂ ਸਵਾਰਿਓ, ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ, ਇਹ ਬਸ ਇੱਕ ਗੱਲ 'ਤੇ ਹੀ ਪਹਿਰਾ ਦਿੰਦੀ ਹੈ। ਸਾਨੂੰ ਇੱਕੋ ਹੀ ਚੀਜ਼ ਸਮਝਾਉਣ ਵਾਸਤੇ ਗੁਰੂ ਸਾਹਿਬ ਜੀ ਨੇ 1430 ਅੰਗਾਂ ਦਾ ਗੁਰੂ ਗ੍ਰੰਥ ਸਾਹਿਬ ਦਿੱਤਾ ਹੈ। ਕਿਹੜੀ ਗੱਲ ਸਮਝਾਉਣ ਵਾਸਤੇ ਸਤਿਗੁਰੂ ਜੀ ਨੇ ਸਭ ਤੋਂ ਪਹਿਲ ਦੇ ਆਧਾਰ 'ਤੇ ਬਸ ਇੱਕੋ ਹੀ ਗੱਲ ਕਹੀ ਹੈ। ਜਪ ਬਾਣੀ 'ਚ ਤੁਸੀਂ ਰੋਜ਼ ਪੜ੍ਹਦੇ ਹੋ ਵੀ ਸਤਿਗੁਰੂ ਜੀ ਕਹਿੰਦੇ ਆ ਕਿਵ ਸਚਾਰਨਾ ਹੋਈ ਹੈ, ਕਿਵ ਕੂੜ ਹੈ ਟੁੱਟੇ ਪਾਲ। ਬਸ ਇਹ ਗੱਲ ਨੂੰ ਪਕੜਨਾ ਹੈ। ਜਪ ਜੀ ਸਾਹਿਬ ਦੀ ਬਾਣੀ ਦੇ ਅੰਦਰ ਸਭ ਤੋਂ ਪਹਿਲੀ ਪੌੜੀ, ਅਤੇ ਪਹਿਲੀ ਪੌੜੀ ਦੇ ਅੰਦਰ ਤੇ ਇਹ ਇੱਕ ਸਵਾਲ ਜਿਹੜਾ ਹੈ ਸਾਡੇ ਲਈ ਛੱਡ ਦਿੱਤਾ ਹੈ ਵੀ ਕਿਵ ਸਚਾਰਾਂ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਹੁਣ ਅਸੀਂ ਇਹਦਾ ਆਨਸਰ ਤਾਂ ਬੇਸ਼ੱਕ ਦੇ ਲੈ ਲੈਂਦੇ, ਕਿਉਂਕਿ ਅਗਲੀ ਪੰਗਤੀ 'ਚ ਇਹਦਾ ਆਨਸਰ ਹੈ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ 'ਚ ਕਿਵੇਂ ਚੱਲਾਂਗੇ, ਹੁਕਮ 'ਚ ਚੱਲਣਾ ਕੀ ਚੀਜ਼ ਹੈ, ਉਹ ਚੀਜ਼ ਨੂੰ ਸਮਝਣ ਵਾਸਤੇ, ਉਸ ਰਜਾ ਨੂੰ, ਉਸ ਭਾਣੇ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ 1430 ਅੰਗਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਦਿੱਤਾ। ਸਾਡੇ ਜੀਵਨ ਦੇ ਵਿੱਚ ਬਦਲਾਅ ਲਿਆਉਣ ਵਾਸਤੇ ਸਚਿਆਰ ਪਦ ਦੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਮਨੁੱਖੀ ਘਾੜਤ ਅਤੇ ਸਚਿਆਰ ਪਦ ਦੀ ਪ੍ਰਾਪਤੀ ਦੇ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਦਿੱਤੀ ਹੈ। ਹੁਣ ਦੇਖੋ ਸ਼ੁਰੂਆਤ ਕਿੰਨੇ ਸੋਹਣੇ ਸ਼ਬਦਾਂ 'ਚ ਕੀਤੀ ਹੈ। ਤੁਸੀਂ ਅਕਸਰ ਹੀ ਰੋਜ਼ ਬਾਣੀ ਪੜ੍ਹਦੇ ਹੋ, ਕਿੰਨੇ ਸੋਹਣੇ ਸ਼ਬਦਾਂ ਸਾਨੂੰ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਜੀ ਕਹਿਣ ਲੱਗੇ ਵੀ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ। ਹੁਣ ਅਕਸਰ ਇਹ ਕੀ ਹੈ ਕਿ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਪਰ ਸਾਡੀ ਬਦਕਿਸਮਤੀ ਇੱਦਾਂ ਦੀ ਆ ਵੀ ਅਸੀਂ ਕਦੇ ਬਾਣੀ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਮੈਂ ਅਕਸਰ ਹੀ ਕਈ ਵਾਰ ਸਵਾਲ ਕਰ ਦਿੰਦੇ ਹਾਂ, ਸੰਗਤ ਨੂੰ ਵੀ ਕਈ ਵਾਰ ਸਵਾਲ ਕਰੀਦਾ ਵੀ ਭਾਈ ਵੀ ਸਭ ਤੋਂ ਪਹਿਲੀ ਪੰਗਤੀ ਦੇ ਅਰਥ ਕਰਕੇ ਦੱਸੋ ਵੀ ਗੁਰੂ ਸਾਹਿਬ ਜੀ 'ਚ ਕੀ ਸਮਝਾਉਂਦੇ ਆ ਸਾਨੂੰ। ਅਤੇ ਉਹ ਅਕਸਰ ਹੀ ਜਵਾਬ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਕਈ ਵਾਰ ਬੰਦਾ ਸੋਚਦਾ ਵੀ ਗੁਰੂ ਸਾਹਿਬ ਜੀ ਕਹਿੰਦੇ ਵੀ ਜਿੰਨੇ ਵਾਰੀ ਮਰਜ਼ੀ ਸੋਚੀ ਚੱਲ, ਵੀ ਲੱਖਾਂ ਵਾਰੀ ਸੋਚੀ ਚੱਲ, ਵੀ ਇੱਕ ਵੀ ਸੋਚ ਨਾਲ ਨਹੀਂ ਜਾਂਦੀ। ਹੁਣ ਹੈ ਕੁਝ ਵੀ ਨਹੀਂ ਹੈ। ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨੇ ਅਰਥ ਗਲਤ ਕੀਤੇ ਹੈ, ਭਾਵ ਕਿ ਉਹਨੂੰ ਸਮਝ ਨਹੀਂ ਹੈ, ਉਹਨੇ ਕਦੇ ਉਸ ਗਹਿਰਾਈ ਨੂੰ ਕਦੇ ਤੱਕਣ ਦਾ ਯਤਨ ਹੀ ਨਹੀਂ ਕੀਤਾ। ਹੁਣ ਇੱਥੇ ਤਾਂ ਗੱਲ ਸੋਚਾਂ ਦੀ ਕਰ ਦਿੱਤੀ ਹੈ। ਜੇ ਤੁਸੀਂ ਇਹਦੇ ਅਰਥ ਇਹ ਕਰੋਗੇ ਨਾ ਵੀ ਜਿੰਨੇ ਵਾਰੀ ਮਰਜ਼ੀ ਸੋਚੀ ਚੱਲ, ਵੀ ਭਾਈ ਲੱਖਾਂ ਵਾਰੀ ਸੋਚੀ ਚੱਲ ਅਤੇ ਇੱਕ ਵੀ ਸੋਚ ਨਾਲ ਨਹੀਂ ਚੱਲਦੀ, ਅਤੇ ਫਿਰ ਤੁਸੀਂ ਇਹਦੇ ਕੀ ਅਰਥ ਕਰੋਗੇ ਵੀ ਕਿਵੇਂ ਸਚਾਰਾਂ ਹੋਈ ਹੈ, ਕਿਵੇਂ ਕੂੜੇ ਟੁੱਟੇ ਪਾਲ। ਉੱਥੇ ਤਾਂ ਸਚਾਰ ਪਦ ਦੀ ਪ੍ਰਾਪਤੀ ਦੀ ਗੱਲ ਕਰ ਰਹੇ ਹੈ। ਇਸ ਦਾ ਵਿਸ਼ਾ ਵਸਤੂ ਸ਼ਬਦ ਦਾ ਜਿਹੜਾ ਹੈ ਤੋ ਸਚਾਰ ਪਦ ਹੈ। ਸਚਾਰ ਪਦ ਹੁੰਦਾ ਵੀ ਸੋਹਣਾ ਬਣਨਾ, ਆਪਣੇ ਜੀਵਨ ਨੂੰ ਚੰਗਾ ਬਣਾਉਣਾ। ਭਾਵ ਕੀ ਹੈ ਵੀ ਅਸੀਂ ਸ਼ੁਰੂਆਤ ਸਾਡੀ ਕਿੱਥੋਂ ਹੁੰਦੀ, ਸੌਖੇ ਤਰੀਕੇ ਨਾਲ ਸਮਝਣ ਦਾ ਯਤਨ ਕਰਿਓ। ਤੜਕੇ ਸੁਬਾਹ ਸਵੇਰੇ ਜਦੋਂ ਉੱਠਦੇ ਹਾਂ ਨਾ ਆਪਾਂ, ਸਾਡੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸੋਚਾਂ ਤੋਂ ਸ਼ੁਰੂਆਤ ਹੁੰਦੀ ਹੈ ਜਾਂ ਸਾਡੀ ਇਸ਼ਨਾਨ ਤੋਂ ਹੁੰਦੀ ਹੈ? ਆਪਣੇ ਆਪ ਨੂੰ ਚੰਗਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਤਨ ਦੀ ਸਫਾਈ ਕਰਦੇ ਹਾਂ। ਜਦੋਂ ਵੀ ਸਵੇਰੇ ਉੱਠਾਂਗੇ ਨਾ,
ਅਸੀਂ ਆਪਣੇ ਤਨ ਦੀ ਸਫਾਈ ਕਰਨੀ ਸ਼ੁਰੂ ਕਰਾਂਗੇ। ਨਹਾਉਣਾ ਧੋਣਾ ਸ਼ੁਰੂ ਕਰ ਦਿੱਤਾ, ਸੋਹਣੇ ਕੱਪੜੇ ਪਾ ਲਏ, ਚੰਗਾ ਸੋਹਣਾ ਅਸੀਂ ਆਪਣੇ ਆਪ ਨੂੰ ਸਜਾ ਲਿਆ। ਕਾਹਦੇ ਲਈ? ਵੀ ਦੁਨੀਆ ਦੇ ਲੋਕ ਕਹਿੰਦੇ ਵੀ ਵਾਹ, ਆਹ ਬੰਦਾ ਕਮਾਲ ਦੀ ਇਹਦੀ ਪਰਸਨੈਲਿਟੀ ਲੱਗਦੀ ਪਈ ਆ, ਬੜਾ ਸੋਹਣਾ ਲੱਗਦਾ। ਉਹ ਗੁਰੂ ਜੀ ਕਹਿੰਦੇ ਕਿਵੇਂ ਵਿਚਾਰਾਂ ਹੋਈ ਹੈ ਕਿ ਆ ਇੱਕ ਬਾਹਰਲੀ ਦਿੱਖ ਨੂੰ ਦੇਖ ਕੇ ਕਿਹਾ ਜਾ ਸਕਦਾ ਵੀ ਤੂੰ ਸੋਹਣਾ। ਫਿਰ ਬੰਦਾ ਬੋਲਦਾ ਸੋਹਣਾ, ਬੜਾ ਚੰਗਾ ਬੋਲਦਾ, ਤੋਤੇ ਵਾਂਗੂ ਬੋਲਦਾ ਪਿਆ, ਬੰਦਾ ਕਹਿੰਦੇ ਵਾਹ, ਇਹਦੀ ਬੋਲੀ ਬੜੀ ਪਿਆਰੀ ਹੈ। ਗੁਰੂ ਜੀ ਕਹਿੰਦੇ ਕਿ ਆ ਸਚਾਰ ਪਦ ਦੀ ਪ੍ਰਾਪਤੀ ਹੈ। ਅਤੇ ਬੋਲਦੇ ਤਾਂ ਠੱਗ ਵੀ ਬੜਾ ਸੋਹਣਾ ਹੈ, ਬੜੇ ਪਿਆਰ 'ਚ ਬੋਲਦੇ ਆ ਅਤੇ ਬੋਲੀ ਪਿਆਰੀ ਹੈ, ਅਤੇ ਫਿਰ ਅੰਦਰ ਠੱਗ ਪੁਣਾ ਹੈ। ਵੇਖਣ ਨੂੰ ਤਾਂ ਜਿਹੜੇ ਹੈਗੇ ਆ ਬੜੇ ਭਖਵੇਂ ਕੱਪੜੇ ਪਾ ਕਰਕੇ ਨਾ ਅਤੇ ਚੋਲੇ ਪਾ ਕਰਕੇ, ਮੈਂ ਇੱਕ ਉਦਾਹਰਨ ਦੇ ਦਿਆਂ। ਜਦੋਂ ਤਲੂੰਬਾ ਨਗਰ ਦੇ ਅੰਦਰ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੇਰੇ ਸਤਿਗੁਰੂ ਜੀ ਜਾਂਦੇ ਆ ਨਾ, ਇੱਕ ਤਲੂੰਬਾ ਨਗਰ ਹੈ, ਅਤੇ ਉਸ ਨਗਰ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਸਤਿਗੁਰੂ ਜੀ ਜਾਂਦੇ ਆ ਨਾ ਗੁਰੂ ਸਵਾਰਿਓ, ਅਤੇ ਗੁਰੂ ਸਾਹਿਬ ਜੀ ਦੇਖ ਕੇ ਵੀ ਦੰਗ ਹੋ ਗਏ, ਹੈਰਾਨ ਹੋ ਗਏ ਵੀ ਬੜੇ ਸੋਹਣੇ ਭਖਵਾਂ ਚੋਲਾ ਪਾਇਆ ਅਤੇ ਬੜਾ ਕੀਰ ਜਾਪਦਾ ਪਿਆ ਹੈ। ਅਤੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਪਿਆ, ਕਹਿਣ ਲੱਗਿਆ ਫਕੀਰੋ, ਇਹ ਰੱਬ ਦੇ ਬੰਦਿਓ, ਅਤੇ ਤੁਸੀਂ ਮੇਰੇ ਅੱਜ ਘਰ ਦੇ ਵਿੱਚ ਰਹੋ ਅਤੇ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ ਹਾਂ। ਦੇਖੋ ਮਿੱਠੜੇ ਬੋਲ ਬੋਲਦਾ ਹੈ, ਸੁਣਨ ਦਾ ਯਤਨ ਕਰਿਓ। ਤਲੂੰਬਾ ਨਗਰ ਦੇ ਵਿੱਚ ਇੱਕ ਵਿਅਕਤੀ ਹੈ, ਉਹਦੀ ਦਿੱਖ ਬੜੀ ਸੋਹਣੀ ਹੈ, ਬੜੇ ਸੋਹਣਾ ਦਾ ਭਖਵਾਂ ਚੋਲਾ ਪਾਇਆ, ਅਤੇ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਜੀ ਨੂੰ ਮਿਲਦਾ ਪਿਆ ਅਤੇ ਹੱਥ ਜੋੜ ਕੇ ਕਹਿਣ ਲੱਗਿਆ, ਕਹਿੰਦਾ ਰੱਬ ਦੇ ਬੰਦਿਓ, ਐ ਖੁਦਾ ਦੇ ਬੰਦਿਓ, ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਅੱਜ ਤੁਸੀਂ ਮੇਰੇ ਘਰ ਦੇ ਵਿੱਚ ਬਸੇਰਾ ਕਰੋ, ਅਤੇ ਤੁਸੀਂ ਅੱਜ ਮੇਰੇ ਘਰ ਦੇ ਵਿੱਚ ਰਹਿਣਾ ਕਰੋ, ਅਤੇ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ ਹਾਂ। ਮੇਰਾ ਮਨ ਹੈ ਕਿ ਮੈਂ ਤੁਹਾਡੀ ਅੱਜ ਸੇਵਾ ਕਰਾਂ, ਅਤੇ ਮੈਂ ਰੱਬ ਦੇ ਬੰਦਿਆਂ ਦੀ ਸੇਵਾ ਕਰਦਾ। ਫਿਰ ਉਹ ਸਮਝ ਪਤਾ, ਇਹ ਗੱਲ ਯਾਦ ਰੱਖਿਓ, ਇਕੱਲੇ ਬਾਬੇ ਨਾਨਕ ਨੂੰ ਇਹ ਗੱਲ ਨਹੀਂ ਕਹੀ, ਰਾਹੀ ਜਾਂਦੇ ਪਾਂਧੀਆਂ ਨੂੰ, ਜਿੰਨੇ ਵੀ ਉਸ ਨਗਰ ਦੇ ਵਿੱਚ ਪਾਂਧੀ ਜਾਂਦੇ ਨੇ, ਅਤੇ ਜਿਹੜੀ ਉਹਦੀ ਨਜ਼ਰ ਦੇ 'ਚ ਉਹਨੂੰ ਲੱਗਦਾ ਪਿਆ ਵੀ ਇਹਨਾਂ ਕੋਲ ਕੋਈ ਨਾ ਕੋਈ ਚੀਜ਼ ਲੁੱਟਣ ਨੂੰ ਹੈ, ਅਤੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਸ਼ਬਦ ਬੋਲਦਾ ਹੈ, ਆਪਣੇ ਘਰ 'ਚ ਲੈ ਜਾਂਦਾ ਅਤੇ ਘਰ 'ਚ ਜਾ ਕੇ ਵਧੀਆ ਖਾਣ ਪੀਣ ਵਾਸਤੇ ਦਿੰਦਾ, ਅਤੇ ਜਦੋਂ ਸੌਂ ਜਾਂਦੇ ਅਤੇ ਰਾਤ ਨੂੰ ਲੁੱਟ ਲੈਂਦਾ ਹੈ। ਹੁਣ ਇਹਨੇ ਵੇਖਿਆ ਵੀ ਇਹ ਇੱਕ ਰੱਬ ਦੇ ਬੰਦੇ ਨੇ ਵੀ ਕੋਲ ਇਹਨਾਂ ਦੇ ਬੈਗ ਚੁੱਕਿਆ ਹੋਇਆ, ਅਤੇ ਉਹਨੂੰ ਇਹ ਨਹੀਂ ਨਾ ਪਤਾ ਹੈ ਵੀ ਜਿਸ ਬੈਗ ਨੂੰ ਉਹ ਦੇਖਦਾ ਪਿਆ, ਉਸ ਬੈਗ ਦੇ ਵਿੱਚ ਤਾਂ ਪੋਥੀ ਸਾਹਿਬ ਰੱਖੇ ਹੋਏ ਆ ਬਾਬੇ ਨਾਨਕ ਨੇ, ਕਿਉਂਕਿ ਨਾਲ ਪੋਥੀ ਸਾਹਿਬ ਰੱਖਦੇ ਸੀ ਨਾ, ਬਾਬਾ ਜੀ ਨਾਲ ਚੁੱਕੀ ਰੱਖਦੇ ਸੀ, ਬਾਣੀ ਨਾਲ ਚੁੱਕੀ ਹੋਈ। ਸੋਚਦਾ ਪਿਆ ਵੀ ਇਹਨਾਂ ਕੋਲ ਸਮਾਨ ਚੰਗਾ ਹੋਣਾ, ਅਤੇ ਮੈਂ ਆਪਣੇ ਘਰ ਦੇ ਵਿੱਚ ਲੈ ਜਾ। ਸੋ ਖੈਰ ਮੈਂ ਗੱਲ ਨੂੰ ਸਮਾਪਤ ਕਰਾਂ, ਆਪਾਂ ਸ਼ਬਦ ਅਰਥ ਕਰਨੇ। ਗੁਰੂ ਸਵਾਰਿਓ, ਅਤੇ ਹੁਣ ਇਹ ਦਿੱਖ ਨੂੰ ਵੇਖਦਿਆਂ ਹੋਇਆਂ, ਬੇਸ਼ੱਕ ਦੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਕੁਝ ਜਾਣਦੇ, ਪਰ ਉਹਨੂੰ ਸੁਧਾਰਨ ਵਾਸਤੇ ਅਤੇ ਉਹਦੀ ਗੱਲ ਸੁਣ ਕਰਕੇ ਤੇ ਉਹਦੇ ਘਰ ਦੇ ਵਿੱਚ ਚਲੇ ਜਾਂਦੇ ਆ। ਹੁਣ ਗੇੜੇ ਮਾਰਦਾ ਪਿਆ, ਖਾਣ ਪੀਣ ਵਾਸਤੇ ਸਭ ਕੁਝ ਦਿੱਤਾ ਹੈ, ਅਤੇ ਬੜਾ ਸੋਹਣੇ ਵੱਲ ਬਿਸਤਰ ਜਿਹੜਾ ਗਾ ਉਹ ਵਸਾ ਦਿੱਤਾ। ਸੋਚਦਾ ਪਿਆ ਵੀ ਇਹ ਰੱਬ ਦੇ ਬੰਦੇ ਹੁਣੇ ਆਰਾਮ ਕਰਨਗੇ। ਹੁਣ ਗੁਰੂ ਸਵਾਰੋ ਹੋਇਆ ਕੀ ਹੈ, ਮੈਂ ਜਿਹੜਾ ਜ਼ਿਕਰ ਅਸਰ ਕਰ ਰਹੇ ਆ ਵੀ ਭਖਵੇਂ ਚੋਲੇ ਨੂੰ ਵੇਖ ਕਰਕੇ ਅਤੇ ਮਿੱਠੀਆਂ ਗੱਲਾਂ ਨੂੰ ਵੇਖ ਕਰਕੇ ਅਸੀਂ ਅਨੁਮਾਨ ਨਹੀਂ ਲਗਾ ਸਕਦੇ ਕਿ ਵੀ ਇਹ ਵਧੀਆ ਸੋਹਣਾ ਬੰਦਾ ਹੋਏਗਾ, ਚੰਗਾ ਹੋਏਗਾ। ਅਤੇ ਬਾਬਾ ਨਾਨਕ ਜੀ ਕਹਿਣ ਲੱਗੇ, ਇਹ ਰੱਬ ਦੇ ਬੰਦਿਆ, ਅਤੇ ਤੂੰ ਸਾਡੀ ਬੜੀ ਸੇਵਾ ਕਰਨੀ ਹੈ, ਅਤੇ ਸਾਨੂੰ ਰਹਿਣ ਬਸੇਰਾ ਦਿੱਤਾ ਹੈ, ਅਤੇ ਤੂੰ ਆਪਣਾ ਨਾਮ ਨਹੀਂ ਦੱਸਿਆ, ਤੇਰਾ ਨਾਮ ਕੀ ਹੈ? ਕਹਿਣ ਲੱਗਾ, ਮੇਰਾ ਨਾਮ ਸੱਜਣ ਹੈ ਜੀ। ਸੱਜਣ ਕਹਿੰਦੇ, ਵਾਹ, ਤੇਰਾ ਨਾਮ ਬੜਾ ਕਮਾਲ ਦਾ ਹੈ। ਹੁਣ ਉਡੀਕ ਕਰ ਰਹੇ ਹੈ, ਉਡੀਕ ਕੀ ਕਰਦਾ ਪਿਆ ਵੀ ਕਦੋਂ ਬਾਬਾ ਨਾਨਕ ਜੀ ਜਿਹੜੇ ਆ ਅਤੇ ਉਹ ਸੌਂ ਜਾਣ, ਅਤੇ ਜਦੋਂ ਇਹ ਸੌਂ ਜਾਣ ਅਤੇ ਮੈਂ ਇਹਨਾਂ ਨੂੰ ਲੁੱਟ ਲਵਾਂ। ਹੁਣ ਇਹਨੂੰ ਕੀ ਪਤਾ ਵੀ ਇਹ ਰੱਬ ਦੇ ਬੰਦੇ ਸੌਣ ਵਾਲੇ ਨਹੀਂ, ਤਾਂ ਰੱਬ ਦੀ ਕੀਰਤੀ ਕਰਨ ਵਾਲੇ ਬੰਦੇ। ਬਾਬਾ ਨਾਨਕ ਜੀ ਬੜੇ ਸੋਹਣੇ ਤਰੀਕੇ ਦੇ ਨਾਲ ਬੈਠੇ ਨੇ, ਗੇੜਾ ਮਾਰਦਾ ਹੈ, ਮੁੜ ਜਾਂਦਾ ਹੈ, ਆਉਂਦਾ ਹੈ, ਫਿਰ ਮੁੜ ਜਾਂਦਾ। ਅਤੇ ਬੈਠੇ ਬੈਠੇ ਨਾ ਜਦੋਂ ਕਿਹਾ ਵੀ ਇਹ ਬੜਾ ਸੋਹਣਾ ਸੱਜਣ, ਇਹਦਾ ਨਾਮ ਬੜਾ ਵਧੀਆ ਹੈ, ਅਤੇ ਮਰਦਾਨੇ ਨੂੰ ਕਹਿਣ ਲੱਗੇ, ਕਹਿੰਦੇ ਮਰਦਾਨਿਆਂ, ਕਹਿੰਦੇ ਰਵਾਬ ਚੁੱਕ ਬਾਣੀ ਆਈ ਹੈ। ਭਾਵ ਕੀ ਅੰਦਰ ਹੁਣ ਫੁਰਨਾ ਫੁਰਿਆ, ਸ਼ਬਦ ਉਚਾਰਨ ਕੀਤਾ, ਉਜਲ ਕਹਿ ਛਿਲਕਣਾ ਕੋਟਮ ਕਲੜੀ ਮਸ, ਧੋਤਿਆ ਝੂਠ ਨਾ ਉਤਰੈ ਜੇ ਸੋ ਧੋਵੈ ਤਿਸ। ਜਦੋਂ ਪੂਰਾ ਸ਼ਬਦ ਉਚਾਰਨ ਕਰ ਦਿੱਤਾ ਨਾ, ਸੱਜਣ ਠੱਗ ਦੇ ਕੰਨਾਂ ਦੇ ਵਿੱਚ ਜਦੋਂ ਬਾਣੀ ਪਈ ਹੈ, ਸੱਚ ਜਾਣਿਓ, ਅਤੇ ਉੱਥੇ ਹੁਣ ਉਸ ਬਾਣੀ ਨੇ ਸੱਜਣ ਠੱਗ ਦਾ ਜੀਵਨ ਬਦਲ ਦਿੱਤਾ ਹੈ।
ਗੱਲ ਮੈਂ ਜ਼ਿਕਰ ਕਰਦਾ ਪਿਆ ਕਿ ਬਾਣੀ ਸਾਡੇ ਜੀਵਨ ਨੂੰ ਬਦਲਦੀ ਹੈ। ਬਾਹਰਲੀ ਦਿੱਖ ਨੂੰ ਦੇਖ ਕੇ ਅਸੀਂ ਅਨੁਮਾਨ ਨਹੀਂ ਲਗਾ ਸਕਦੇ, ਬਾਹਰਲੀ ਚੀਜ਼ ਨੂੰ ਵੇਖ ਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਬੰਦਾ ਬੜਾ ਵਧੀਆ ਅਤੇ ਬਹੁਤ ਸੋਹਣਾ ਬੋਲਦਾ ਹੈ। ਇਹ ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਆ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁਧ ਕਾਲੀਆਂ ਬਾਹਰ ਵੀ ਚਿੱਟਵੀਆਂ। ਅੰਦਰ ਸਾਡੇ ਬੜੀ ਕਾਲਖ ਹੈ ਅਤੇ ਬਾਹਰਲੀ ਤੌਰ 'ਤੇ ਅਸੀਂ ਬੜੇ ਸੋਹਣੇ ਬਣ ਜਾਂਦੇ ਹਾਂ। ਜਿਹੜਾ ਅਸਲ ਜ਼ਿਕਰ ਹੈ ਕਿ ਬਾਬਾ ਨਾਨਕ ਜੀ ਕਹਿੰਦੇ, ਕਿਵ ਸਚਾਰਾਂ ਹੋਈ ਹੈ ਕਿਵ ਕੂੜੈ ਟੁੱਟੇ ਪਾਲ। ਮੈਂ ਸਚਿਆਰ ਪਦ ਦੀ ਪ੍ਰਾਪਤੀ ਕਿਵੇਂ ਕਰ ਸਕਾਂ, ਮੇਰੇ ਅੰਦਰੋਂ ਹੰਕਾਰ ਦੀ ਕੂੜ ਦੀ ਕੰਧ ਕਿਵੇਂ ਟੁੱਟ ਸਕਦੀ ਹੈ। ਕੱਲ ਇੱਕ ਗੱਲ ਯਾਦ ਰੱਖੀ, ਸੋਹਣੇ ਕੱਪੜੇ ਪਾਉਣ ਦੇ ਨਾਲ ਜਾਂ ਇਸ਼ਨਾਨ ਪਾਣੀ ਕਰਨ ਦੇ ਨਾਲ ਕਦੇ ਕਹਿੰਦੇ ਭਾਈ ਸੁਚਮਤਾ ਨਹੀਂ ਹੋ ਸਕਦੀ। ਇਹਦੇ ਅਰਥ ਕੀ ਨੇ, ਜਿਹੜੀ ਅਸਲ ਅਰਥ ਆਪਾਂ ਕਰਨੇ ਆ ਵੀ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ। ਸੋਚੈ, ਸੋਚੇ ਦਾ ਅਰਥ ਹੁੰਦਾ ਹੈ ਇਸ਼ਨਾਨ। ਕਹਿਣ ਲੱਗੇ ਸੋਚੈ ਸੋਚ ਨਾ ਹੋਵੀ, ਸੋਚ ਦਾ ਅਰਥ ਹੁੰਦਾ ਹੈ ਸੁਚਮਤਾ। ਕਹਿੰਦੇ ਬੇਸ਼ੱਕ ਦੀ ਲੱਖਾਂ ਵਾਰੀ ਤੂੰ ਇਸ਼ਨਾਨ ਕਰਦਾ ਰਹੀ, ਪਰ ਗੱਲ ਯਾਦ ਰੱਖੇ ਕਹਿੰਦੇ ਸਰੀਰ ਨੂੰ ਧੋਣ ਦੇ ਨਾਲ ਕਿ ਕਦੇ ਵੀ ਮਨ ਦੀ ਸੁਚਮਤਾ ਨਹੀਂ ਹੋਇਆ ਕਰਦੀ। ਹੁਣ ਇਹਦੇ ਅਰਥ ਇਹ ਬਣਦੇ ਪਏ ਨੇ। ਅਰਥ ਕਰਨ ਦੇ ਸਮੇਂ ਗੱਲ ਦਾ ਧਿਆਨ ਰੱਖਣਾ ਵੀ ਗੁਰੂ ਨਾਨਕ ਦੇਵ ਜੀ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਉਣਾ ਕੀ ਚਾਹੁੰਦੇ। ਜਿੰਨਾ ਸਮਾਂ ਸਾਨੂੰ ਉਸ ਸ਼ਬਦ ਦੀ ਵਿਸ਼ਾ ਵਸਤੂ ਨਹੀਂ ਪਤਾ ਲੱਗੇਗਾ ਤੇ ਗੁਰੂ ਸਵਰ ਸੱਚ ਜਾਣੋ, ਤੁਸੀਂ ਕਦੇ ਵੀ ਇਸ ਸ਼ਬਦ ਦੇ ਅਰਥਾਂ ਦੀ ਸਾਂਝ ਨਹੀਂ ਪਾ ਸਕੋਗੇ। ਕਦੇ ਤੁਹਾਨੂੰ ਅਰਥਾਂ ਦੀ ਸਮਝ ਨਹੀਂ ਲੱਗੇਗੀ। ਪਹਿਲਾਂ ਸਾਨੂੰ ਪਕੜ 'ਚ ਇਹ ਗੱਲ ਲੈ ਕੇ ਆਉਣੀ ਪੈਣੀ ਹੈ ਵੀ ਗੁਰੂ ਸਾਹਿਬ ਜੀ ਗੱਲ ਕਾਹਦੀ ਕਰਦੇ ਪਏ ਨੇ। ਹੁਣ ਇਸ ਪੌੜੀ ਦੇ ਵਿੱਚ ਗੱਲ ਤਾਂ ਕਰਦੇ ਪਏ ਨੇ ਸਚਾਰ ਪਦ, ਅਤੇ ਅਸੀਂ ਕਦੀ ਅਰਥ ਕਰਦੇ ਰਹੀਏ ਵੀ ਜਿੰਨੇ ਵਾਰੀ ਮਰਜ਼ੀ ਸੋਚੀ ਚੱਲ ਵੀ ਭਾਈ ਇੱਕ ਹੀ ਸੋਚ ਨਾਲ ਨਹੀਂ ਚੱਲਦੀ। ਇੱਦਾਂ ਗੱਲ ਨਹੀਂ ਨਾ ਬਣਦੀ। ਹੁਣ ਕਹਿਣ ਤੋਂ ਮੁਰਾਦ ਇਹ ਹੈ ਵੀ ਜਿੰਨੇ ਮਰਜ਼ੀ ਸੋਹਣੇ ਕੱਪੜੇ ਵੀ ਅਸੀਂ ਪਾ ਲਈਏ, ਵੇ ਸਕਦੇ ਅਸੀਂ ਨਹਾ ਲਈਏ, ਇਸ਼ਨਾਨ ਕਰ ਲਈਏ, ਪਰ ਗੁਰੂ ਸਰੋ ਕਦੇ ਮਨ ਦੀ ਸੁਚਮਤਾ ਨਹੀਂ ਹੋਇਆ ਕਰਦੀ। ਬਸ ਇੱਕੋ ਇੱਕ ਹੱਲ ਹੈ। ਸਤਿਗੁਰੂ ਜੀ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਹੋ ਧੋਪੈ ਨਾਵੈ ਕੇ ਰੰਗ। ਜਿੰਨਾ ਸਾਡੀ ਮੱਤ ਜਿਹੜੀ ਹੈ ਤੇ ਪਾਪਾਂ ਦੇ ਨਾਲ, ਠੱਗਾਂ ਦੇ ਨਾਲ, ਵਿਕਾਰੀਆਂ ਦੇ ਨਾਲ ਭਰਿਆ ਪਿਆ ਹੈ ਮਨ ਸਾਡਾ। ਸਾਡੇ ਅੰਦਰ ਝੂਠ, ਫਰੇਬ, ਈਰਖਾ, ਦਵੈਸ ਭਾਵਨਾ ਸਾਡੇ ਅੰਦਰ ਨੇ। ਇਹ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰਨ ਵਾਸਤੇ ਇੱਕੋ ਇੱਕ ਹੱਲ ਦਿੱਤਾ ਹੈ, ਉਹ ਹੈ ਵਾਹਿਗੁਰੂ ਜੀ ਦਾ ਸਿਮਰਨ, ਵਾਹਿਗੁਰੂ ਜੀ ਦਾ ਨਾਮ ਹੈ। ਬਾਣੀ ਤੋਂ ਬਿਨਾਂ ਮੈਂ ਅਕਸਰ ਹੀ ਬੇਨਤੀ ਕਰਦਾ ਹੁੰਦਾ ਕਿ ਭਾਈ ਤੁਸੀਂ ਕੁਛ ਮਰਜ਼ੀ ਕਰਦੇ ਰਹੋ, ਧਾਰਮਿਕ ਤੌਰ 'ਤੇ ਜਿੰਨਾ ਮਰਜ਼ੀ ਆਪਾਂ ਕਰਮ ਕਰੀ ਜਾਈਏ ਅਤੇ ਉਹ ਕਰਮ ਕਰਨ ਦੇ ਨਾਲ ਕਦੇ ਜੀਵਨ ਨਹੀਂ ਬਦਲਿਆ ਕਰਦਾ। ਜੀਵਨ ਜੇ ਬਦਲੇਗਾ ਤਾਂ ਗੁਰੂ ਦੀ ਬਾਣੀ ਅਤੇ ਵਾਹਿਗੁਰੂ ਦੇ ਸਿਮਰਨ ਨੇ ਸਾਡਾ ਜੀਵਨ ਬਦਲਣਾ ਹੈ। ਬਾਣੀ ਪੜ੍ਹਨੀ ਸ਼ੁਰੂ ਕਰੀਏ ਅਤੇ ਬਾਣੀ ਪੜ੍ਹਨ ਤੋਂ ਬਾਅਦ ਉਹਦਾ ਨਿਚੋੜ ਕੀ ਹੈ, ਸਿਮਰਨ ਹੈ, ਬੰਦਗੀ ਹੈ। ਜਿੰਨਾ ਵੀ ਸਮਾਂ ਸਾਨੂੰ ਮਿਲੇ ਉਨਾ ਸਮਾਂ ਅਸੀਂ ਰੋਜ਼ ਬੈਠਣ ਦਾ ਯਤਨ ਕਰੀਏ, ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਿਆ ਕਰੀਏ। ਦੇਖੋ ਗੱਲਾਂ ਜਿੰਨੀਆਂ ਮਰਜ਼ੀ ਕਰੀ ਚੱਲੀਏ, ਜਿੰਨਾ ਮਰਜ਼ੀ ਆਪਾਂ ਪੜ੍ਹੀ ਚੱਲੀਏ ਓਨਾ ਹੀ ਥੋੜ੍ਹਾ ਹੈ, ਪਰ ਉਹਨੂੰ ਜੀਵਨ ਦੇ ਵਿੱਚ ਕਮਾਉਣਾ ਸਭ ਤੋਂ ਵੱਡੀ ਗੱਲ ਹੈ। ਜੀਵਨ ਦੇ ਵਿੱਚ ਕਮਾਈਏ ਜੋ ਅਸੀਂ ਪੜ੍ਹਿਆ, ਜੋ ਸੁਣਿਆ, ਅਤੇ ਉਹਨੂੰ ਅਸੀਂ ਕਮਾਉਣਾ ਹੈ। ਪੜ੍ਹ ਕਰਕੇ, ਸੁਣ ਕਰਕੇ ਕਮਾਉਣਾ ਦਾ ਯਤਨ ਕਰਨਾ ਹੈ। ਆਪ ਜੀ ਬੜੇ ਭਾਗਾਂ ਵਾਲੇ ਹੋ ਜੋ ਕਿ ਹਰ ਰੋਜ਼ ਦੀ ਤਰ੍ਹਾਂ ਹੀ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ, ਅਤੇ ਗੁਰੂ ਸਾਹਿਬ ਜੀ ਸਾਡੇ 'ਤੇ ਇਸੇ ਤਰ੍ਹਾਂ ਹੀ ਤਰੁੱਠ ਕਰਕੇ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਜਿਹੜੀ ਉਹ ਇਸੇ ਤਰ੍ਹਾਂ ਪਾਉਂਦੇ ਰਹਿਣ। ਸਾਨੂੰ ਸਤਸੰਗ ਦੀਆਂ ਘੜੀਆਂ ਦੀ ਜਿਹੜੀ ਉਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਹਿਣ। ਆਓ ਜੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਜੋ ਆਪ ਜੀ ਨੇ ਕੱਲ੍ਹ ਦੇ ਦੀਵਾਨ ਦੇ ਅੰਦਰ ਰਹਾਉ ਦੇ ਬੰਦ ਨੂੰ ਸਮਝਣ ਦਾ ਯਤਨ ਕੀਤਾ ਹੈ, ਉਹ ਸ਼ਬਦ ਆਪਣਾ ਸਾਰਾ ਹੀ ਸ਼ਬਦ ਸਾਂਝਾ ਕਰਨ ਵਾਲਾ ਰਹਿੰਦਾ ਹੈ। ਉਸੇ ਸ਼ਬਦ ਦੇ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰਦੇ। ਇਹ ਸ਼ਬਦ ਜਿਹੜਾ ਹੈ ਤੇ ਭਗਤ ਕਬੀਰ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਤੇ ਧਨਾਸਰੀ ਰਾਗ ਦੇ ਵਿੱਚ ਦਰਜ ਹੈ। ਤੇ ਭਗਤ ਕਬੀਰ ਜੀ ਇਸ ਸ਼ਬਦ ਦੇ ਅੰਦਰ ਸ਼ਬਦ ਦੀਆਂ ਜਿਹੜੀਆਂ ਰਹਾਉ ਵਾਲੀਆਂ ਪੰਗਤੀਆਂ ਨੇ ਨਾ, ਤੇ ਉਹਨਾਂ ਰਹਾਉ ਵਾਲੀਆਂ ਪੰਗਤੀਆਂ ਦੇ ਅੰਦਰ ਭਗਤ ਕਬੀਰ ਜੀ ਨੇ ਉਚਾਰਨ ਕੀਤਾ, ਹਰ ਕੇ ਲੋਗਾ ਮੈਂ ਤੋਂ ਮਤ ਕਾ ਭੋਰਾ, ਜਉ ਤਨ ਕਾਸੀ ਤਜੇ ਕਬੀਰਾ, ਰਮਈਆ ਖਾਨ ਹੋਰਾ। ਇਹ ਰਹਾਉ ਦਾ ਬੰਦ ਹੈ। ਤੇ ਥੋੜ੍ਹਾ ਜਿਹਾ ਮੈਂ ਰੋਕ ਕੇ ਵਿਚਾਰ ਕਰਦੇ ਹਾਂ ਵੀ ਭਗਤ ਕਬੀਰ ਜੀ ਕੀ ਕਹਿੰਦੇ ਹੈ। ਭਗਤ ਕਬੀਰ ਜੀ ਕਹਿੰਦੇ ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ।
ਹਰ ਕੇ ਲੋਗਾ, ਭਾਵ ਕਿ ਜਿਹੜੇ ਦੁਨੀਆ ਦੇ ਸੰਸਾਰ ਦੇ ਲੋਕ ਨੇ ਨਾ, ਕਹਿੰਦੇ ਸੰਸਾਰ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਹੈ ਵੀ ਜਿਹੜਾ ਕਬੀਰ ਹੈ ਨਾ ਤੇ ਉਹ ਮੱਤ ਦਾ ਹੌਲਾ ਹੈ। ਭਾਵ ਕਿ ਮੱਤ ਦਾ ਭੁਰ ਦਾ ਅਰਥ ਹੈ, ਮੱਤ ਦਾ ਆਪਾਂ ਕਮਲਾ ਕਹਿ ਦਈਏ, ਮੱਤ ਦਾ ਬੇਸਮਝ ਕਹਿ ਦਈਏ, ਮੱਤ ਦਾ ਹੌਲਾ ਕਹਿ ਦਈਏ, ਕਮਲਾ ਕਹਿ ਦਿਓ, ਮੱਤ ਦਾ ਹੌਲਾ ਕਹਿ ਦਿਓ, ਕੋਈ ਫਰਕ ਨਹੀਂ ਪੈਂਦਾ, ਅਰਥ ਇੱਕੋ ਹੀ ਨੇ। ਉੱਥੋਂ ਦੇ ਲੋਕ ਹੁਣ ਭਗਤ ਕਬੀਰ ਨੂੰ ਮੱਤ ਦਾ ਹੌਲਾ ਕਿਉਂ ਕਹਿੰਦੇ ਆ? ਉਹਦਾ ਕੀ ਕਾਰਨ ਸੀਗਾ? ਉਹਦਾ ਕਾਰਨ ਇਹ ਸੀ ਵੀ ਜਿੰਨਾ ਵੀ ਸਮਾਂ ਸੀਗਾ ਇਹਨਾਂ ਦਾ 1515 ਦੇ ਅੰਦਰ ਇਹਨਾਂ ਦਾ ਅਖੀਰਲਾ ਸਮਾਂ ਬਤੀਤ ਹੁੰਦਾ ਹੈ ਭਗਤ ਕਬੀਰ ਜੀ ਦਾ। ਬਾਕੀ ਜਿਹੜਾ ਸਮਾਂ ਸੀ ਜੀਵਨ ਦਾ, ਸਾਰਾ ਸਮਾਂ ਜਿਹੜਾ ਇਹਨਾਂ ਨੇ ਕਾਸੀ ਨਗਰ ਦੇ ਵਿੱਚ ਬਤੀਤ ਕੀਤਾ ਆਪਣਾ। ਜਦੋਂ ਅਖੀਰਲਾ ਸਮਾਂ ਆਇਆ, ਅਖੀਰਲੇ ਸਮੇਂ ਦੇ ਵਿੱਚ ਭਗਤ ਕਬੀਰ ਜੀ ਜਿਹੜੇ ਆ ਜਾ ਕਰਕੇ ਮਗਹਰ ਦੇ ਵਿੱਚ ਉਹਨਾਂ ਨੇ ਆਪਣੇ ਸਰੀਰ ਨੂੰ ਛੱਡਣਾ ਕੀਤਾ। ਆਪਾਂ ਕੱਲ੍ਹ ਜ਼ਿਕਰ ਕੀਤਾ ਸੀ, ਮੈਂ ਸੰਖੇਪ ਗੱਲ ਕੀਤੀ, ਅੱਜ ਆਪਾਂ ਥੋੜ੍ਹੀ ਜਿਹੀ ਵਿਸਥਾਰ ਕਰ ਲੈਂਦੇ ਹਾਂ ਵੀ ਮਗਹਰ ਜਿਹੜਾ ਇੱਕ ਨਗਰ ਆ ਨਾ, ਇਹ ਯੂਪੀ ਦੇ ਵਿੱਚ ਪੈਂਦਾ ਹੈ ਅਤੇ ਯੂਪੀ ਦੇ ਪਿੰਡ ਦੇ ਵਿੱਚ ਇਹਦਾ ਇੱਕ ਨਗਰ ਹੈ ਮਗਹਰ। ਅਤੇ ਇਸ ਮਗਹਰ ਨੂੰ ਜਿਹੜਾ ਸੀਗਾ ਅਤੇ ਇਹ ਮੰਨਿਆ ਜਾਂਦਾ ਹੈ ਵੀ ਇੱਥੇ ਜਿਹੜਾ ਇੱਕ ਸ਼ਿਵ ਜੀ ਆਇਆ ਅਤੇ ਸ਼ਿਵ ਜੀ ਨੇ ਜਿਹੜਾ ਸੀਗਾ ਇੱਥੇ ਇਹਨੂੰ ਮਤਲਬ ਕਿ ਆਪਾਂ ਕਹਿ ਸਕਦੇ ਵੀ ਸਰਾਫ ਦਿੱਤਾ, ਜਿਵੇਂ ਸ਼ਬਦ ਵਰਤੇ ਜਾਂਦੇ। ਇੱਕ ਸਮਝਣ ਦਾ ਯਤਨ ਕਰੋ, ਇਹਨੂੰ ਆਪਾਂ ਸੱਚ ਨਹੀਂ ਮੰਨਣਾ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਇਸ ਜਗ੍ਹਾ ਨਾਲ ਜੁੜੀਆਂ ਆਪਾਂ ਸਾਂਝੀਆਂ ਕਰਨ ਦਾ ਯਤਨ ਕਰਦੇ ਹਾਂ। ਇਹ ਮੰਨਿਆ ਜਾਂਦਾ ਹੈ ਪਰ ਸੱਚ ਨਹੀਂ। ਕਹਿੰਦੇ ਇਹ ਮੰਨਿਆ ਜਾਂਦਾ ਹੈ ਵੀ ਸ਼ਿਵ ਜੀ ਨੇ ਜਿਹੜਾ ਸੀਗਾ ਤੇ ਉਹ ਸਰਾਪ ਦਿੱਤਾ ਵੀ ਭਾਈ ਇਹ ਅੱਜ ਤੋਂ ਬਾਅਦ ਜਿਹੜਾ ਇਸ ਜਗ੍ਹਾ ਦੇ ਵਿੱਚ ਆਪਣਾ ਸਰੀਰ ਛੱਡੇਗਾ ਨਾ, ਕਹਿੰਦੇ ਉਹ ਨਰਕਾਂ ਦੇ ਵਿੱਚ ਜਾਏਗਾ ਜਾਂ ਕਦੇ ਖੋਤੀ ਜੂਨ ਦੇ ਵਿੱਚ ਪਏਗਾ। ਦੋ ਗੱਲਾਂ ਕਹੀਆਂ, ਜਾਂ ਤਾਂ ਖੋਤੀ ਦੀ ਜੂਨ 'ਚ ਪਏਗਾ ਅਤੇ ਜਾਂ ਕਹਿੰਦੇ ਵੀ ਉਹ ਨਰਕਾਂ ਦੇ ਵਿੱਚ ਜਾਏਗਾ। ਅਤੇ ਜਿਹੜਾ ਕਹਿੰਦੇ ਆਪਣਾ ਸਰੀਰ ਕਾਸ਼ੀ ਦੇ ਵਿੱਚ ਛੱਡੇਗਾ ਅਤੇ ਉਹ ਭਾਈ ਕਹਿੰਦੇ ਉਪਰਾਮ ਹੋਏਗਾ। ਭਾਵ ਕੀ ਵੀ ਉਹਦੀ ਇੱਕਮਿਕਤਾ ਹੋਏਗੀ, ਉਹਦਾ ਆਧਾਰ ਹੋ ਜਾਏਗਾ, ਜਾਂ ਆਪਾਂ ਕਹਿ ਸਕਦੇ ਹਾਂ ਵੀ ਉਹਦੀ ਮੁਕਤੀ ਹੋ ਜਾਏਗੀ। ਅਤੇ ਲੋਕਾਂ ਦੇ ਵਿੱਚ ਬੜਾ ਇਸ ਗੱਲ ਦਾ ਮਤਲਬ ਕਿ ਪ੍ਰਚਲਿਤ ਹੋਇਆ, ਵਹਿਮ ਪੈ ਗਿਆ ਵੀ ਜਦੋਂ ਸਰੀਰ ਛੱਡਣਾ ਹੈ ਤਾਂ ਕਾਸ਼ੀ ਨਗਰ ਦੇ ਵਿੱਚ ਛੱਡਣਾ, ਅਤੇ ਮਗਹਰ ਦੇਸ਼ ਦੇ ਵਿੱਚ ਜਾਣ ਲਈ ਕੋਈ ਤਿਆਰ ਨਾ ਹੋਵੇ, ਉੱਥੇ ਰਹਿਣ ਵਾਸਤੇ ਕੋਈ ਤਿਆਰ ਨਾ ਹੋਵੇ। ਹੁਣ ਉਹ ਗੱਲਾਂ ਨੂੰ ਸਾਰਿਆਂ ਨੂੰ ਵੇਖਦੇ ਹੋਇਆ ਭਗਤ ਕਬੀਰ ਜੀ ਦੁਨੀਆ ਦੇ ਲੋਕਾਂ ਨੂੰ ਵੇਖਦੇ ਰਹੇ ਵੀ ਜਿਹੜਾ ਆਉਂਦਾ ਅਤੇ ਹਰੇਕਾ ਆ ਕਰਕੇ ਕਾਸ਼ੀ ਦੇ ਵਿੱਚ ਰਹਿਣ ਲੱਗ ਜਾਂਦਾ ਅਖੀਰਲਾ ਸਮਾਂ ਵੀ ਮੈਂ ਇੱਥੇ ਲਗਾਉਣਾ ਹੈ, ਅਤੇ ਉੱਥੇ ਕੋਈ ਆਪਣੇ ਸਰੀਰ ਨੂੰ ਛੱਡਣ ਲਈ ਤਿਆਰ ਨਹੀਂ। ਹੁਣ ਜੇਕਰ ਇੱਥੇ ਹੋਰ ਕਰਦੇ ਹਾਂ, ਮਗਹਰ ਦੇ ਨਾਲ ਹੋਰ ਬਹੁਤ ਸਾਰੀਆਂ ਘਟਨਾਵਾਂ। ਇੱਕ ਨਾ ਭਿਕਸ਼ੂ ਹੁੰਦੇ ਸੀਗੇ, ਭਿਕਸ਼ੂ ਤੁਸੀਂ ਸ਼ਾਇਦ ਜਾਣਦੇ ਹੋ, ਇੱਕ ਫਿਰਕੇ ਦਾ ਨਾਮ ਹੈ। ਇਹ ਜਦੋਂ ਜਾਂਦੇ ਸੀਗਾ ਨਾ ਤਾਂ ਇੱਕ ਇਹਨਾਂ ਦਾ ਬੋਧੀਆਂ ਦਾ ਇੱਕ ਮਤਲਬ ਕਿ ਰਸਤਾ ਹੁੰਦਾ ਸੀ। ਬੋਧੀ ਜੇ ਆਪਣੇ ਜਗ੍ਹਾ 'ਤੇ ਜਾਣ ਵਾਸਤੇ ਇਸ ਮਗਹਰ ਦੇ ਵਿੱਚ ਦੀ ਲੰਘਦੇ ਹੁੰਦੇ। ਕਹਿੰਦੇ ਮਗਹਰ ਇੱਕ ਐਸਾ ਮਤਲਬ ਕਿ ਪਿੰਡ ਸੀਗਾ, ਜਾਂ ਐਸਾ ਆਪਾਂ ਨੂੰ ਦੇਸ਼ ਕਹਿ ਸਕਦੇ, ਇੱਕ ਸ਼ਹਿਰ ਕਹਿ ਸਕਦੇ ਹਾਂ ਵੀ ਮਗਹਰ ਇੱਕ ਐਸਾ ਨਗਰ ਸੀਗਾ ਵੀ ਇੱਥੇ ਜਿਹੜੇ ਸੀਗੇ ਉਹ ਲਟੇਰੇ ਰਹਿੰਦੇ ਸਨ। ਜੇ ਭਿਕਸ਼ੂ ਇੱਥੋਂ ਦੀ ਲੰਘਦੇ ਸੀ ਜਾਂ ਬੋਧੀ ਇਸ ਰਸਤੇ ਵੀ ਦੀ ਲੰਘਦੇ ਸੀ ਤਾਂ ਉਹਨਾਂ ਨੂੰ ਲੁੱਟਿਆ ਲੈ ਜਾਂਦਾ ਸੀਗਾ। ਵੀ ਇੱਕ ਇਹ ਵੀ ਇੱਕ ਸਹਿਮ ਸੀਗਾ, ਸਭ ਤੋਂ ਵੱਡਾ ਇੱਕ ਡਰ ਇੰਨਾ ਕੁ ਪੈਦਾ ਕੀਤਾ ਹੋਇਆ ਸੀ ਵੀ ਜਿਹੜੇ ਲੋਕ ਇਸ ਨਗਰ ਦੇ ਵਿੱਚ ਲੰਘਦੇ ਨੇ ਭਾਈ ਵੀ ਉਹ ਲੁੱਟੇ ਜਾਂਦੇ ਨੇ, ਅਤੇ ਉਹਨਾਂ ਨੂੰ ਲੁੱਟਿਆ ਜਾਂਦਾ ਵੀ ਇੱਥੇ ਲੋਕ ਜਿਹੜੇ ਹੈਗੇ ਉਹ ਚੋਰਾਂ ਅਤੇ ਡਾਕੂਆਂ ਦਾ ਘਰ ਬਣ ਚੁੱਕਿਆ ਸੀ। ਦੂਜੇ ਲੋਕ ਰਹਿਣ ਤੋਂ ਡਰਦੇ ਸੀ, ਪਰ ਜਿਹੜੇ ਇੱਥੇ ਚੋਰ ਸੀ ਜਾਂ ਡਾਕੂ ਸੀ ਅਤੇ ਉਹਨਾਂ ਨੇ ਆਪਣਾ ਵਸੀਰਾ ਕਰ ਲਿਆ, ਕਿਉਂਕਿ ਸੁੰਨਸਾਨ ਜਗ੍ਹਾ ਦੇ ਵਿੱਚ ਜ਼ਿਆਦਾਤਰ ਲੁੱਟੇ ਜਿਹੜੇ ਉਹ ਡਾਕੂ ਰਹਿੰਦੇ। ਅੱਜ ਵੀ ਸਿਆਣੇ ਇਹ ਗੱਲ ਕਹਿੰਦੇ ਕਹਿੰਦੇ ਭਾਈ ਜਿਹੜਾ ਸੁੰਨਾ ਰਸਤਾ ਹੋਵੇ ਨਾ ਤੇ ਇਕੱਲੇ ਬੰਦੇ ਨੂੰ ਜਾਣਾ ਨਹੀਂ ਚਾਹੀਦਾ। ਇਹ ਇੱਕ ਸਿਆਣਿਆਂ ਦੀ ਮਤਲਬ ਕਹਾਵਤ ਹੁੰਦੀ ਵੀ ਕਦੇ ਵੀ ਸੁੰਨੇ ਰਸਤੇ 'ਤੇ ਨਹੀਂ ਜਾਓ, ਕਿਉਂਕਿ ਸੁੰਨੇ ਰਸਤੇ 'ਤੇ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ। ਉਹਦਾ ਕਾਰਨ ਇਹ ਹੈ ਵੀ ਉੱਥੇ ਕੋਈ ਡਾਕੂ ਖੜਾ ਹੋਵੇ ਜਾਂ ਕੋਈ ਉੱਥੇ ਲਟੇਰਾ ਖੜਾ ਹੋਵੇ, ਅਤੇ ਖੜੇ ਸੁੰਨੇ ਰਸਤੇ ਇਕੱਲੇ ਕਰੇ ਨੂੰ ਬੰਦੇ ਨਿਰ ਲੈਂਦੇ। ਅਤੇ ਅੱਜ ਦਾ ਸਮਾਂ ਬੜਾ ਭਿਆਨਕ ਹੈ, ਅਤੇ ਮੈਂ ਕਹਿੰਦਾ 5 ਰੁਪਏ ਵੈਸੇ 10 ਰੁਪਏ ਵੈਸੇ ਬੰਦੇ ਦੀ ਮਾਰ ਦਿੰਦੇ ਆ, ਬੜਾ ਹਾਲ ਹੈ। ਸੋ ਖੈਰ ਜਿਹੜਾ ਅਸਲ ਜ਼ਿਕਰ ਕਰਦਾ ਪਿਆ, ਮਗਹਰ ਨਗਰ ਦਾ ਇੰਨਾ ਕੁ ਬੁਰਾ ਹਾਲ ਕਰ ਦਿੱਤਾ ਇਹਨਾਂ ਲੋਕਾਂ ਨੇ ਵੀ ਉਸ ਨਗਰ ਦੇ ਵਿੱਚ ਜਾਣ ਨੂੰ ਕੋਈ ਤਿਆਰ ਨਹੀਂ ਹੈ, ਹੁਣ ਕੋਈ ਤਿਆਰ ਨਹੀਂ ਹੈ। ਹੁਣ ਕੀ ਹੋਇਆ ਵੀ ਜਿਹੜਾ ਅਖੀਰਲਾ ਸਮਾਂ ਸੀਗਾ ਭਗਤ ਕਬੀਰ ਜੀ ਦਾ, ਭਗਤ ਕਬੀਰ ਜੀ ਨੇ ਆਪਣਾ ਸਰੀਰ ਆਪਣਾ ਤਨ ਜਿਹੜਾ ਹੈ ਅਤੇ ਉਹ ਮਗਹਰ ਨਗਰ ਦੇ ਵਿੱਚ ਜਾ ਕੇ ਛੱਡਿਆ। ਅਤੇ ਲੋਕ ਬੜੇ ਹੈਰਾਨ ਹੋਏ, ਲੋਕ ਕਹਿਣ ਲੱਗੇ ਵੀ ਇਹ ਤਾਂ ਮੱਤ ਦਾ ਕਮਲਾ ਹੈ। ਹੋਰ
ਵੀ ਹੁਣ ਅਖੀਰਲਾ ਸਮਾਂ ਆ ਗਿਆ ਤੇ ਜਾ ਕੇ ਮਗਹਰ ਦੇ ਵਿੱਚ ਵਸ ਗਿਆ। ਬਸ ਇਸ ਸ਼ਬਦ ਦੇ ਅਰਥ ਜਿਹੜੇ ਆ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਪਏ ਨੇ। ਇਹ ਸਾਰੇ ਸ਼ਬਦ ਦੇ ਅਰਥ ਨੂੰ ਸਮਝਣ ਦਾ ਯਤਨ ਕਰਿਓ। ਹੁਣ ਭਗਤ ਕਬੀਰ ਜੀ ਕੀ ਸਮਝਾਉਂਦੇ ਨੇ, ਇਹ ਦੁਨੀਆ ਦੇ ਲੋਕਾਂ ਨੂੰ ਸਮਝਾਉਂਦੇ ਪਏ ਨੇ। ਕਹਿੰਦੇ ਦੁਨੀਆ ਦੇ ਲੋਕੋ, ਜੇ ਤੁਹਾਡੇ ਮਨ ਦੇ ਵਿੱਚ ਇਹ ਵੱਡਾ ਭਰਮ ਹੈ ਨਾ ਵੀ ਕਾਸੀ ਨਗਰ ਦੇ ਵਿੱਚ ਰਹਿਣ ਕਰਕੇ ਮੁਕਤੀ ਮਿਲਦੀ ਹੈ, ਫਿਰ ਤਾਂ ਕਹਿੰਦੇ ਇਹਦਾ ਭਾਵ ਵੀ ਸਿਮਰਨ ਕਰਨ ਦਾ ਫਾਇਦਾ ਹੀ ਕੋਈ ਨਹੀਂ ਹੈ, ਫਿਰ ਤਾਂ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਫਿਰ ਤਾਂ ਕਹਿੰਦੇ ਚੁੱਪ ਕਰਕੇ ਜਾ ਕੇ ਕੁਝ ਕਰਨ ਦੀ ਲੋੜ ਨਹੀਂ, ਕਾਸੀ ਨਗਰ ਵਿੱਚ ਰਹਿਣਾ ਸ਼ੁਰੂ ਕਰ ਦਿਓ, ਹੋ ਸਕਦਾ ਆਪਣੀ ਮੁਕਤੀ ਹੋ ਜਾਏ। ਉਹ ਸਾਰੀਆਂ ਗੱਲਾਂ ਇਸ ਸ਼ਬਦ ਦੇ ਦੁਆਰਾ ਕਰਦੇ ਪਏ ਨੇ। ਆਓ ਜੀ ਇਸ ਸ਼ਬਦ ਦੇ ਪਹਿਲੇ ਬੰਦ ਦੇ ਵਿੱਚ ਭਗਤ ਕਬੀਰ ਜੀ ਨੇ ਆਪਣੇ ਪਵਿੱਤਰ ਮੁਖਾਰ ਬਿੰਦ ਰਾਹੀਂ ਕੀ ਉਚਾਰਨ ਕੀਤਾ ਹੈ, ਭਾਈ ਸਾਹਿਬ ਜੀ ਤੋਂ ਸਰਵਨ ਕਰਦੇ ਹਾਂ। ਜੋ ਜਨ ਭਾਉ ਭਗਤ ਕਛ ਜਾਣੈ, ਤਾਂ ਕੋ ਅਚਰਜ ਕਾਹੋ। ਅਚਰਜ ਦਾ ਅਰਥ ਹੁੰਦਾ ਹੈ ਹੈਰਾਨ ਹੋ ਜਾਣਾ। ਆਪਾਂ ਕਹਿੰਦੇ ਵੀ ਅਚਰਜ ਹੋ ਗਿਆ ਨਾ, ਵੀ ਹੈਰਾਨ ਹੋ ਜਾਣਾ। ਤੇ ਭਗਤ ਕਬੀਰ ਜੀ ਕਹਿੰਦੇ ਭਲਿਓ, ਤੇ ਸਭ ਤੋਂ ਵੱਡੀ ਗੱਲ ਤਾਂ ਇਹ ਦੱਸੋ ਵੀ ਜੇ ਕੋਈ ਜਨ ਉਸ ਪ੍ਰਭੂ ਦੇ ਨਾਲ ਪ੍ਰੇਮ ਕਰੇ, ਉਸ ਪ੍ਰਭੂ ਦੇ ਨਾਲ ਆਪਣਾ ਸਨੇਹ ਜੋੜ ਲਏ, ਪ੍ਰਭੂ ਦੇ ਨਾਲ ਪਿਆਰ ਕਰੇ, ਤੇ ਜਿਹੜਾ ਕਹਿੰਦੇ ਪਿਆਰ ਕਰੇਗਾ ਨਾ ਤੇ ਉਹ ਤਾਂ ਫਿਰ ਉਸ ਪ੍ਰਭੂ ਦੇ ਨਾਲ ਇਕਮਿਕ ਹੋਏਗਾ। ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੋ, ਮੈਂ ਰੁੱਕ ਕੇ ਵਿਚਾਰ ਕਰਦੇ ਹਾਂ। ਇੱਥੇ ਜ਼ਿਕਰ ਹੈ ਜੋ ਜਨ ਭਾਉ ਭਗਤ ਕਸ ਜਾਣੈ, ਵੀ ਜਿਹੜਾ ਭਾਈ ਉਹਦੀ ਭਗਤੀ ਨੂੰ ਜਾਣ ਲੈਂਦਾ, ਭਾਵ ਕਿ ਭਾਉ ਦਾ ਅਰਥ ਹੁੰਦਾ ਪਿਆਰ। ਆਪਾਂ ਕੱਲ੍ਹ ਜ਼ਿਕਰ ਕੀਤਾ ਸੀ, ਮੈਂ ਦੁਬਾਰਾ ਰਿਪੀਟ ਕਰਦੇ ਹਾਂ। ਗੁਰੂ ਸਰੋ ਜਿਹੜਾ ਭਗਤ ਸ਼ਬਦ ਹੈ ਨਾ, ਭਗਤ ਸ਼ਬਦ ਇਹ 3 ਅੱਖਰਾਂ ਦਾ ਸੁਮੇਲ ਹੈ। ਪਹਿਲਾ ਅੱਖਰ ਹੈ ਭੱਬਾ, ਦੂਜਾ ਅੱਖਰ ਹੈ ਗੱਗਾ, ਤੇ ਤੀਜਾ ਅੱਖਰ ਹੈ ਤੱਤਾ। ਹੁਣ ਤਿੰਨੇ ਅੱਖਰਾਂ ਨੂੰ ਤੋੜ ਲਓ, ਸਮਝਣ ਦਾ ਯਤਨ ਕਰਿਓ। ਭਗਤ ਉੱਦਾਂ ਨਹੀਂ ਬਣਿਆ ਜਾਂਦਾ, ਭਗਤ ਬਣਨ ਲਈ ਬੜੀ ਘਾਲਣੀ ਪੈਂਦੀ ਹੈ। ਭਗਤ ਬਣਨ ਵਾਸਤੇ ਸਾਡੇ ਜੀਵਨ ਦੇ ਅੰਦਰ ਸਭ ਤੋਂ ਪਹਿਲਾ ਅੱਖਰ ਆਉਣਾ ਜ਼ਰੂਰੀ ਹੈ। ਜਦੋਂ ਪਹਿਲਾ ਅਕਸਰ ਆ ਗਿਆ ਤੇ ਫਿਰ ਗੱਗਾ ਅੱਖਰ ਆਏਗਾ, ਜਦੋਂ ਗੱਗਾ ਆ ਗਿਆ ਤੇ ਫਿਰ ਤੱਤਾ ਅੱਖਰ ਆਏਗਾ। ਹੁਣ ਪਹਿਲਾ ਅੱਖਰ ਹੈ ਭੱਬਾ। ਭੱਬੇ ਦਾ ਅਰਥ ਹੁੰਦਾ ਭੈ, ਤੇ ਭੈ ਦਾ ਅਰਥ ਹੁੰਦਾ ਡਰ। ਜਿੰਨਾ ਸਮਾਂ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ ਵੀ ਜਿੰਨਾ ਸਮਾਂ ਤੁਹਾਡੇ ਜੀਵਨ ਦੇ ਅੰਦਰ ਵਾਹਿਗੁਰੂ ਜੀ ਦਾ, ਜੇ ਅਕਾਲ ਪੁਰਖ ਜੀ ਦਾ ਡਰ ਨਹੀਂ ਨਾ ਵਸਦਾ ਪਿਆ, ਉਨਾ ਸਮਾਂ ਸਾਡਾ ਜੀਵਨ ਨਹੀਂ ਬਣਦਾ ਹੈ। ਡਰ ਨੂੰ ਵਸਾਉਣਾ ਹੈ। ਸਭ ਤੋਂ ਪਹਿਲੀ ਗੱਲ ਹੈ ਵੀ ਉਹਦਾ ਅਕਾਲ ਪੁਰਖ ਦਾ ਡਰ ਰੱਖੋ। ਸੌਖੀ ਜੀ ਗੱਲ ਕਹਿ ਦੇ, ਬੰਦਾ ਕਹਿੰਦਾ ਭਾਈ ਜੇ ਤੂੰ ਕਿਸੇ ਤੋਂ ਨਹੀਂ ਡਰਦਾ ਤੇ ਰੱਬ ਤੋਂ ਤਾਂ ਡਰਿਆ ਕਰ। ਸੌਖੀ ਜੀ ਗੱਲ ਹੈ ਵੀ ਤੂੰ ਰੱਬ ਤੋਂ ਡਰਿਆ ਕਰ, ਤੂੰ ਰੱਬ ਦਾ ਬੰਦਾ ਹੈ ਤੇ ਰੱਬ ਤੋਂ ਡਰਨ ਦਾ ਯਤਨ ਕਰ। ਇੱਕ ਗੱਲ ਯਾਦ ਰੱਖਿਓ, ਅਸੀਂ ਡਰਦੇ ਉਦੋਂ ਆ ਕਿ ਜਦੋਂ ਸਾਨੂੰ ਇਹ ਗੱਲ ਮਹਿਸੂਸ ਹੋਵੇ ਵੀ ਇਹ ਰੱਬ ਦਾ ਘਰ ਹੈ। ਸੌਖੀ ਜੀ ਗੱਲ ਸਮਝਾਦੇ ਹਾਂ। ਸਾਡੇ ਮਨ ਦੇ ਅੰਦਰ ਗੁਰੂ ਘਰ ਆ ਕੇ ਡਰ ਪੈਦਾ ਹੋ ਜਾਂਦਾ ਹੈ, ਸਾਡੇ ਮਨ ਦੇ ਅੰਦਰ ਮੰਦਰ ਜਾ ਕੇ ਡਰ ਪੈਦਾ ਹੋ ਜਾਂਦਾ ਹੈ, ਸਾਡੇ ਅੰਦਰ ਚਰਚ ਜਾ ਕੇ ਡਰ ਪੈਦਾ ਹੋ ਜਾਂਦਾ ਹੈ, ਸਾਡੇ ਅੰਦਰ ਮਸੀਤ 'ਤੇ ਜਾਣਾ ਹੋਵੇ ਤੇ ਡਰ ਪੈਦਾ ਹੋ ਜਾਂਦਾ ਹੈ। ਭਾਵ ਕੀ ਹੈ, ਜਿਹੜੇ ਲੋਕ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਜਾਂਦੇ ਨੇ ਉਹ ਸੋਚਦੇ ਆ ਵੀ ਬਸ ਸਿਰਫ ਕੇਵਲ ਇਹ ਪ੍ਰਭੂ ਦਾ ਘਰ ਹੈ, ਇਹ ਗੁਰੂ ਦਾ ਘਰ ਹੈ, ਵੀ ਇੱਥੇ ਜਿਹੜਾ ਹੈਗਾ ਗੁਰੂ ਤੋਂ ਡਰਨਾ ਚਾਹੀਦਾ ਹੈ। ਗੁਰਦੁਆਰੇ ਆ ਕੇ ਕੋਈ ਠੱਗੀ ਨਹੀਂ ਮਾਰਦਾ, ਗੁਰਦੁਆਰੇ ਆ ਕੇ ਬੇਈਮਾਨੀ ਨਹੀਂ ਕਰਦਾ, ਗੁਰਦੁਆਰੇ ਆ ਕੇ ਚੋਰੀ ਨਹੀਂ ਕਰਦਾ। ਹੁਣ ਬੰਦਾ ਜਿਹੜਾ ਇੱਥੇ ਕਿਉਂ ਨਹੀਂ ਕਰਦਾ, ਬੰਦਾ ਕਹਿੰਦਾ ਵੀ ਇਹ ਗੁਰੂ ਦਾ ਘਰ ਹੈ, ਰੱਬ ਵੇਖਦਾ ਤੇ ਮੈਂ ਇੱਥੇ ਨਹੀਂ ਕਰਨੇ, ਤੇ ਬਾਹਰ ਛੱਡਦਾ ਕਿਸੇ ਨੂੰ ਨਹੀਂ ਹੈ, ਕਿਸੇ ਨੂੰ ਨਹੀਂ ਬਖਸ਼ਦਾ। ਬਾਹਰ ਬੇਈਮਾਨੀ ਵੀ ਚੱਲਦੀ ਹੈ ਤੇ ਬਾਹਰ ਧੋਖਾ ਧੜੀ ਵੀ ਚੱਲਦੀ ਹੈ ਨਾ, ਤੇ ਸਭ ਕੁਝ ਹੀ ਚੱਲਦਾ ਹੈ। ਤੇ ਜੇ ਇੱਥੇ ਗੁਰੂ ਘਰ ਇੱਥੇ ਨਹੀਂ ਕਰਦਾ, ਕਿਉਂ? ਇੱਥੇ ਸਾਨੂੰ ਡਰ ਹੈ। ਬਸ ਫਰਕ ਆਹੀ। ਜੇ ਭੱਬਾ ਅੱਖਰ ਸਾਡੇ ਜੀਵਨ 'ਚ ਆ ਗਿਆ ਨਾ, ਸਾਡਾ ਜੀਵਨ ਉੱਥੇ ਹੀ ਬਦਲਣਾ ਸ਼ੁਰੂ ਹੋ ਜਾਏਗਾ। ਭਾਵ ਕਿ ਅਸੀਂ ਰੱਬ ਤੋਂ ਡਰਨਾ ਸ਼ੁਰੂ ਕਰ ਦਿੱਤਾ, ਅਸੀਂ ਮਾੜੇ ਕਰਮ ਕਰਨੇ ਬੰਦ ਕਰ ਦਿਆਂਗੇ, ਉੱਤੇ ਬੇਈਮਾਨੀ ਬੰਦ ਕਰ ਦਿਆਂਗੇ, ਝੂਠ ਬੋਲਣਾ ਬੰਦ ਕਰ ਦਿਆਂਗੇ, ਈਰਖਾ ਕਰਨੀ ਬੰਦ ਕਰ ਦਿਆਂਗੇ, ਨਿੰਦਿਆ ਕਰਨੀ ਬੰਦ ਕਰ ਦਿਆਂਗੇ। ਅਸੀਂ ਕਹਾਂਗੇ ਵੀ ਅਸੀਂ ਤਾਂ ਰੱਬ ਸਾਡੇ ਨੂੰ ਵੇਖਦਾ ਪਿਆ। ਮਾੜਾ ਕਰਮ ਜਿਹੜਾ ਹੈਗਾ, ਕਿਸੇ ਦੀ ਹੱਤਿਆ ਕਰਨੀ ਜਾਂ ਕਿਸੇ ਨੂੰ ਮਾੜਾ ਕਰਨਾ, ਤੇ ਉਹ ਅਸੀਂ ਨਹੀਂ ਕਰਾਂਗੇ। ਸੌਖੀ ਜੀ ਗੱਲ ਇੱਕ ਹੋਰ ਸਾਂਝੀ ਕਰਦੇ ਹਾਂ ਵੀ ਜਿਵੇਂ ਇੱਕ ਕਿਸੇ ਫਕੀਰ ਨੇ ਆਪਣੇ ਚੇਲਿਆਂ ਨੂੰ ਕਿਹਾ, ਕਹਿੰਦਾ ਮੈਂ ਤੁਹਾਨੂੰ ਗੁਰਗੱਦੀ ਦੇਣੀ ਹੈ, ਗੁਰਗੱਦੀ ਤੁਹਾਨੂੰ ਦੇਣੀ ਹੈ। ਹੁਣ ਗੁਰਗੱਦੀ ਤਾਂ ਇੱਕੋ ਹੀ ਹੈ ਤੇ ਚੇਲੇ ਤੁਸੀਂ ਮੇਰੇ ਦੋਨੇ ਹੋ,
ਕਹਿੰਦੇ ਮੈਂ ਗੁਰਗੱਦੀ ਉਹਨੂੰ ਦੇਵਾਂਗਾ ਕਿ ਜਿਹੜਾ ਚੇਲਾ ਕਹਿੰਦੇ ਰੱਬ ਦੀ ਪਹਿਚਾਣ ਕਰ ਗਿਆ, ਜਿਹੜਾ ਰੱਬ ਨੂੰ ਮੰਨਦਾ ਹੈ, ਰੱਬ ਦੀ ਪਹਿਚਾਣ ਕਰ ਗਿਆ ਤੇ ਰੱਬ ਨੂੰ ਮੰਨਦਾ, ਕਹਿੰਦੇ ਮੈਂ ਗੱਦੀ ਉਹਨੂੰ ਦੇਵਾਂਗਾ। ਹੁਣ ਦੋਨਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਦੱਸੋ, ਤੇ ਦੋਨੇ ਕਹਿੰਦੇ ਵੀ ਅਸੀਂ ਰੱਬ ਨੂੰ ਮੰਨਦੇ ਹਾਂ, ਅਸੀਂ ਰੱਬ ਦੀ ਪਹਿਚਾਣ ਕਰਨ ਲਈ। ਹੁਣ ਫਕੀਰ ਕਹਿਣ ਲੱਗਾ ਵੀ ਇੱਕ ਮੈਂ ਤੁਹਾਨੂੰ ਪੇਪਰ ਪਾਉਣ ਲੱਗੇ ਹਾਂ, ਤੇ ਜਿਹੜਾ ਭਾਈ ਇਹ ਪੇਪਰ ਪਾਸ ਕਰ ਜਾਏਗਾ ਨਾ, ਤੇ ਮੈਂ ਸੋਚਾਂਗਾ ਵੀ ਹੋ ਸਕਦਾ ਵੀ ਤੁਸੀਂ ਰੱਬ ਨੂੰ ਪਾ ਲਿਆ ਤੇ ਰੱਬ ਦੀ ਪ੍ਰਾਪਤੀ ਕਰ ਲਈਏ। ਆਪਣੇ ਦੋਨੇ ਚੇਲਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਸੇਵਾ ਬੜੀ ਕਰਦੇ ਹੋ, ਤੁਸੀਂ ਕਹਿਣੇ ਦੇ ਵਿੱਚੋਂ ਸਾਰਾ ਕੁਝ ਤੁਸੀਂ ਕਰਦੇ ਹੋ, ਤੇ ਅੱਜ ਤੁਹਾਡੀ ਪ੍ਰੀਖਿਆ ਇਹ ਹੈ। ਕਹਿੰਦੇ ਇੱਕ ਨਾ ਦੋਨਾਂ ਜਣਿਆਂ ਨੂੰ ਇਹਨੇ ਕੀ ਕੀਤਾ ਵੀ ਇੱਕ ਕਬੂਤਰ ਲੈ ਕੇ ਦੇ ਦਿੱਤੇ, ਤੇ ਦੋਨਾਂ ਜਣਿਆਂ ਨੂੰ ਕਹਿਣ ਲੱਗਾ, ਕਹਿੰਦਾ ਉਹ ਜਗ੍ਹਾ ਦੇ ਉੱਪਰ ਇਹਨਾਂ ਕਬੂਤਰਾਂ ਨੂੰ ਮਾਰ ਕੇ ਆਉਣਾ ਜਿੱਥੇ ਤੁਹਾਨੂੰ ਕੋਈ ਨਾ ਵੇਖਦਾ ਹੋਵੇ, ਜਿੱਥੇ ਤੁਹਾਨੂੰ ਕੋਈ ਨਾ ਵੇਖਦਾ ਹੋਵੇ, ਕਿ ਤੁਸੀਂ ਜਾਓ ਤੇ ਜਾ ਕੇ ਕਬੂਤਰਾਂ ਨੂੰ ਮਾਰ ਕੇ ਲੈ ਕੇ ਆਓ, ਵੀ ਜਿਹਨੂੰ ਤੁਹਾਨੂੰ ਕੋਈ ਨਾ ਵੇਖਦਾ ਹੋਵੇ ਉਸ ਜਗ੍ਹਾ 'ਤੇ ਮਾਰ ਕੇ ਲਿਆਉਣੇ। ਦੋਨੇ ਚਲੇ ਗਏ। ਇੱਕ ਜਣੇ ਨੇ ਵੇਖਿਆ ਆਸਾ ਪਾਸਾ ਜਾਂ ਕਹਿਣ ਲੱਗਿਆ ਮੈਨੂੰ ਤਾਂ ਕੋਈ ਵੇਖਦਾ ਨਹੀਂ, ਇੱਕ ਖੂੰਜੇ ਜਿਹੇ 'ਤੇ ਸਾਈਡ ਜਿਹੀ 'ਤੇ ਖੜ੍ਹ ਗਿਆ, ਇੱਧਰ ਉੱਧਰ ਵੇਖਿਆ, ਉਹਨੇ ਆਖਿਆ ਮੈਨੂੰ ਕੋਈ ਵੇਖਦਾ ਨਹੀਂ, ਕਬੂਤਰ ਦਾ ਫੜਿਆ ਗਲ 'ਤੇ ਮਰੋੜ ਕੇ ਲੈ ਆਇਆ ਫਕੀਰ ਦੇ ਕੋਲ। ਕਹਿਣ ਲੱਗਾ ਲਓ ਜੀ, ਕਹਿੰਦੇ ਤੈਨੂੰ ਕਿਸੇ ਨੇ ਵੇਖਿਆ ਤਾਂ ਨਹੀਂ? ਕਹਿੰਦਾ ਜੀ ਮੈਨੂੰ ਕਿਸੇ ਨੇ ਨਹੀਂ ਵੇਖਿਆ। ਕਹਿੰਦੇ ਕਿਸੇ ਨੇ ਨਹੀਂ ਵੇਖਿਆ? ਕਹਿੰਦਾ ਨਾ ਜੀ ਕਿਸੇ ਨੇ ਨਹੀਂ ਵੇਖਿਆ। ਕਹਿੰਦੇ ਠੀਕ ਹੈ। ਹੁਣ ਦੂਜਾ ਵਿਚਾਰਾ ਉਹਨੇ ਸਮਾਂ ਲਾ ਦਿੱਤਾ, ਕਿਤੇ ਕਿੱਥੇ ਜਾਂਦਾ, ਕਿਤੇ ਕਿੱਥੇ ਜਾਂਦਾ, ਕਿਤੇ ਕਿੱਥੇ ਜਾ ਕੇ ਖਲੋਂਦਾ। ਉਹ ਕਹਿਣ ਲੱਗਾ ਜੀ ਉਹ ਨਹੀਂ ਆਉਂਦਾ, ਹੁਣ ਤੁਸੀਂ ਗੁਰਗੱਦੀ ਦੀ ਜਿਹੜੀ ਰਸਮ ਕਰਨੀ ਆ ਤੇ ਕਰੋ, ਮੈਨੂੰ ਦਿਓ। ਕਹਿੰਦਾ ਕੰਮ ਨਿਬੇੜੋ ਤੁਸੀਂ। ਉਹ ਕਹਿੰਦਾ ਬਿਨਾ, ਜਿੰਨਾ ਸਮਾਂ ਦੂਜਾ ਨਹੀਂ ਆਉਂਦਾ ਉਹਨਾਂ ਸਮਾਂ ਮੈਂ ਫੈਸਲਾ ਨਹੀਂ ਕਰ ਸਕਦਾ। ਹੁਣ ਦੂਜਾ ਵੀ ਤੁਰਿਆ ਆ ਰਿਹਾ, ਸ਼ਾਮਾਂ ਪੈ ਗਈਆਂ, ਹੱਥ 'ਚ ਕਬੂਤਰ ਚੁੱਕਿਆ, ਜਾਉਂਦਾ ਕਬੂਤਰ ਲੈ ਆਇਆ। ਫਕੀਰ ਕਹਿਣ ਲੱਗਾ ਵੀ ਇਹ ਤਾਂ ਕਬੂਤਰ ਮਾਰ ਕੇ ਲਿਆਇਆ, ਵੀ ਤੈਨੂੰ ਕਿਹਾ ਸੀ ਮਾਰਨ ਵਾਸਤੇ, ਤੂੰ ਕਿਉਂ ਨਹੀਂ ਮਾਰ ਕੇ ਲਿਆਇਆ? ਉਹ ਕਹਿੰਦਾ ਫਕੀਰ ਜੀ ਮੈਂ ਮਾਰਾਂ ਤਾਂ ਮਾਰਾਂ ਕਿਵੇਂ? ਉਹ ਕਹਿੰਦੇ ਕਿਉਂ? ਕਹਿੰਦਾ ਤੁਸੀਂ ਇੱਕ ਸ਼ਰਤ ਰੱਖ ਦਿੱਤੀ ਨਾ। ਕਹਿੰਦੇ ਸ਼ਰਤ ਕੀ ਰੱਖੀ? ਕਹਿੰਦਾ ਸ਼ਰਤ ਤੁਸੀਂ ਇਹ ਰੱਖ ਦਿੱਤੀ ਵੀ ਉਸ ਜਗ੍ਹਾ 'ਤੇ ਮਾਰ ਕੇ ਲੈ ਕੇ ਆਉਣਾ ਜਿਹੜੀ ਜਗ੍ਹਾ 'ਤੇ ਤੈਨੂੰ ਕੋਈ ਨਾ ਵੇਖਦਾ ਹੋਵੇ। ਕਹਿਣ ਲੱਗਾ ਜੀ ਮੈਨੂੰ ਤਾਂ ਕੋਈ ਜਗ੍ਹਾ ਹੀ ਨਹੀਂ ਇਹੋ ਜਿਹੀ ਮਿਲੀ ਜਿੱਥੇ ਮੈਨੂੰ ਕੋਈ ਨਾ ਵੇਖਦਾ ਹੋਵੇ। ਕਹਿੰਦੇ ਕਿਉਂ? ਉਹ ਕਹਿੰਦੇ ਇਹਨੂੰ ਤਾਂ ਮਿਲ ਗਈ। ਉਹ ਕਹਿੰਦਾ ਇਹਨੂੰ ਮਿਲ ਗਈ ਹੋਣੀ ਹੈ, ਇਹਨੂੰ ਮਿਲ ਗਈ। ਉਹ ਕਹਿੰਦੇ ਹਾਂ ਭਾਈ। ਕਹਿੰਦਾ ਹਾਂਜੀ, ਦੇਖਿਆ ਤਾਂ ਨਹੀਂ ਕਿਸੇ ਨੇ? ਕਹਿੰਦਾ ਮੈਨੂੰ ਨਹੀਂ ਵੇਖਿਆ। ਕਹਿੰਦੇ ਫਿਰ ਤੈਨੂੰ ਕੌਣ ਵੇਖਦਾ ਸੀ? ਕਹਿੰਦਾ ਮੈਨੂੰ ਜੇ ਕੋਈ ਹੋਰ ਨਹੀਂ ਨਾ ਵੇਖਦਾ ਸੀ ਤਾਂ ਮੇਰਾ ਰੱਬ ਮੈਨੂੰ ਜ਼ਰੂਰ ਵੇਖਦਾ ਸੀ, ਮੇਰਾ ਰੱਬ ਮੈਨੂੰ ਜ਼ਰੂਰ ਵੇਖਦਾ ਸੀ। ਫਕੀਰ ਕਹਿਣ ਲੱਗਿਆ ਬਸ ਤੂੰ ਰੱਬ ਨੂੰ ਸਮਝ ਲਿਆ, ਤੂੰ ਰੱਬ ਨੂੰ ਪਾ ਲਿਆ ਤੇ ਗੱਦੀ ਦਾ ਹੱਕਦਾਰ ਹੀ ਤੂੰ ਹੈ। ਸੋ ਗੁਰੂ ਸਵਾਰੋ ਕਹਿਣ ਤੋਂ ਮੁਰਾਦ ਇਹ ਹੈ ਵੀ ਜਦੋਂ ਅਸੀਂ ਰੱਬ ਨੂੰ ਵੇਖ ਲਈਏ ਨਾ, ਉਹਦਾ ਡਰ ਅਸੀਂ ਮਨ 'ਚ ਵਸਾ ਲਈਏ, ਕਦੇ ਵੀ ਅਸੀਂ ਮਾੜਾ ਕੰਮ ਨਹੀਂ ਕਰਾਂਗੇ। ਇਹ ਗੱਲ ਤੈਅ ਹੈ, ਮਾੜਾ ਕੰਮ ਕਦੇ ਨਹੀਂ ਕਰਾਂਗੇ ਜਦੋਂ ਸਾਨੂੰ ਪ੍ਰਭੂ ਦਾ ਡਰ ਹੋਵੇ, ਰੱਬ ਦਾ ਡਰ ਹੋਵੇ। ਇੱਥੇ ਗੱਲ ਜ਼ਿਕਰ ਕਰਦੇ ਸੀ ਭੱਬਾ ਅੱਖਰ ਭੈ, ਡਰ ਵਸਾਉਣਾ ਹੈ ਆਪਣੇ ਮਨ ਦੇ ਅੰਦਰ। ਭੱਬੇ ਅੱਖਰ ਦਾ ਅਰਥ ਹੁੰਦਾ ਭਉ, ਭਉ ਦਾ ਅਰਥ ਹੁੰਦਾ ਪਿਆਰ। ਕਹਿੰਦੇ ਆਪਣੇ ਗੁਰੂ ਦੇ ਨਾਲ ਪ੍ਰੇਮ ਕਰ, ਪਿਆਰ ਕਰ। ਜਦੋਂ ਪ੍ਰੇਮ ਤੇ ਪਿਆਰ ਕਰੇਗਾ ਫਿਰ ਅਗਲਾ ਅੱਖਰ ਨਾਲ ਹੀ ਆ ਗਿਆ। ਭੱਬੇ ਦਾ ਅਰਥ ਹੁੰਦਾ ਭਾਣਾ, ਤੇ ਭਾਣੇ ਦਾ ਅਗਲਾ ਅਰਥ ਕਰਦੇ ਹੁੰਦੇ ਹਾਂ ਆਪਾਂ ਰਜਾ, ਰਜੇ ਦਾ ਅਰਥ ਹੁੰਦਾ ਹੁਕਮ। ਕਹਿੰਦੇ ਪਹਿਲਾਂ ਡਰ ਰੱਖਿਆ ਮਨ ਦੇ ਅੰਦਰ, ਫਿਰ ਕਹਿੰਦੇ ਤੂੰ ਉਹਦੇ ਭਾਣੇ ਦੇ ਵਿੱਚ ਰਹਿਣ ਦਾ ਯਤਨ ਕਰ ਤੇ ਗੁਰੂ ਦੇ ਨਾਲ ਪ੍ਰੇਮ ਕਰਨਾ ਸ਼ੁਰੂ ਕਰ। ਜਦੋਂ ਭੱਬਾ ਅੱਖਰ ਤੇਰੇ ਜੀਵਨ 'ਚ ਆ ਗਿਆ ਫਿਰ ਤੇਰੇ ਕੋਲ ਗੱਗਾ ਆ ਜਾਏਗਾ। ਗੱਗੇ ਦਾ ਅਰਥ ਹੁੰਦਾ ਗਿਆਨ, ਗੱਗੇ ਦਾ ਅਰਥ ਹੁੰਦਾ ਗੁਰੂ। ਤੈਨੂੰ ਗੁਰੂ ਮਿਲ ਗਿਆ, ਗੁਰੂ ਰੂਪੀ ਗਿਆਨ ਮਿਲ ਗਿਆ। ਜਦੋਂ ਗਿਆਨ ਮਿਲ ਗਿਆ ਤੇ ਫਿਰ ਤੱਤਾ ਅੱਖਰ ਆ ਜਾਣਾ। ਤੱਤੇ ਦਾ ਅਰਥ ਹੁੰਦਾ ਤਿਆਗੀ, ਸੰਸਾਰ ਦੇ ਬੰਧਨਾਂ ਤੋਂ ਤਿਆਗੀ ਹੋ ਜਾਏਗਾ, ਮੁਕਤ ਹੋ ਜਾਏਗਾ। ਇਹਨੂੰ ਕਹਿੰਦੇ ਆ ਭਗਤ। ਆ ਤਿੰਨ ਅੱਖਰ ਸਾਡੇ ਜੀਵਨ 'ਚ ਆਉਣੇ ਜ਼ਰੂਰੀ ਨੇ। ਇੱਥੇ ਭਗਤ ਕਬੀਰ ਜੀ ਕਹਿੰਦੇ ਜੋ ਜਨ ਭਾਉ ਭਗਤ ਉਹ ਜਾਨਾ। ਕਹਿਣ ਲੱਗੇ ਕਹਿੰਦੇ ਭਲਿਓ ਵੀ ਜਿਹੜਾ ਉਸ ਪ੍ਰਭੂ ਰੂਪੀ ਰੱਬ ਨੂੰ ਪ੍ਰੇਮ ਕਰਦਾ ਹੈ, ਉਹਦੀ ਭਗਤੀ ਦੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਜਿਹੜਾ ਕਹਿੰਦੇ ਉਹਨੂੰ ਪ੍ਰਾਪਤ ਤਾਂ ਫਿਰ ਕਰ ਹੀ ਲੈਂਦਾ। ਇਹਦੇ 'ਚ ਕਹਿੰਦੇ ਹੈਰਾਨ ਹੋਣ ਵਾਲੀ ਕੀ ਗੱਲ ਹੈ? ਕਹਿੰਦੇ ਹੈਰਾਨ ਹੋਣ ਵਾਲੀ ਗੱਲ ਨਹੀਂ। ਕਹਿੰਦੇ ਜਿਨ੍ਹਾਂ ਨੇ ਪ੍ਰੇਮ ਕੀਤਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਪਿਆਰ ਕੀਤਾ ਤੇ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋਈ। ਕਹਿੰਦੇ ਤਾਂ ਕੋ ਅਚਰਜ ਕਾਹੋ, ਕਹਿੰਦੇ ਫਿਰ ਕਾਹਦੇ ਵਾਸਤੇ ਹੈਰਾਨ ਹੋਈਦਾ ਹੈ। ਜਾਂ ਜਲ ਜਲ ਮੈਂ ਪੈਸ ਨ ਨਿਕਸੈ, ਤਿਉ ਢੁਰ ਮਿਲਿਓ ਜੁਲਾਹੋ।
ਹੁਣ ਦੂਜੀ ਉਦਾਹਰਨ ਦਿੱਤੀ ਹੈ ਭਗਤ ਕਬੀਰ ਜੀ ਨੇ, ਕਹਿੰਦੇ ਭਾਈ ਜਿਵੇਂ ਪਾਣੀ ਦੇ ਵਿੱਚ ਪਾਣੀ ਨੂੰ ਆਪਾਂ ਮਿਲਾ ਦਿੰਦੇ ਹਾਂ, ਕਹਿੰਦੇ ਮੁੜ ਕੇ ਪਾਣੀ ਉਹਦਾ ਰੂਪ ਹੋ ਜਾਂਦਾ ਹੈ। ਪਾਣੀ 'ਚ ਪਾਣੀ ਨੂੰ ਮਿਲਾ ਦਿਓਗੇ, ਪਾਣੀ ਇੱਕ ਮਿੱਕ ਹੋ ਜਾਏਗਾ, ਉਹਨੂੰ ਤੁਸੀਂ ਵੱਖਰਾ ਨਹੀਂ ਕਰ ਸਕਦੇ, ਉਹਦੇ ਵਿੱਚੋਂ ਤੁਸੀਂ ਉਹਨੂੰ ਬਾਹਰ ਨਹੀਂ ਕੱਢ ਸਕਦੇ। ਕਹਿੰਦੇ ਭਾਈ ਮੇਰਾ ਜੀਵਨ ਤਾਂ ਇਹੋ ਜਿਹਾ ਹੋ ਗਿਆ, ਆਪਣੇ ਆਪ ਨੂੰ ਜਲਾਹਾ ਕਹਿ ਰਹੇ ਨੇ, ਕਿਉਂਕਿ ਉਸ ਸਮੇਂ ਦੇ ਵਿੱਚ ਜਲਾਹਾ ਸ਼ਬਦ ਜਿਹੜਾ ਸੀਗਾ ਤੇ ਉਹ ਨਾਮ ਇੱਕ ਜਾਤ ਪਰਖਣ ਦੇ ਬਰਾਬਰ ਸੀਗਾ, ਇੱਕ ਸ਼ੂਦਰ ਇੱਕ ਘਰਾਨਾ ਸ਼ਬਦ ਜਿਹੜਾ ਵਰਤਿਆ ਜਾਂਦਾ ਸੀਗਾ। ਜਲਾਹਾ ਕਹਿ ਕੇ ਸੰਬੋਧਨ ਹੁੰਦੇ ਸੀ ਭਗਤ ਕਬੀਰ ਜੀ ਨੂੰ, ਕਿਉਂਕਿ ਜਲਾਹਿਆਂ ਦੇ ਵਿੱਚੋਂ ਸਨ ਭਗਤ ਕਬੀਰ ਜੀ। ਅਤੇ ਇੱਥੇ ਜ਼ਿਕਰ ਸ਼ਬਦ ਵਰਤਿਆ ਹੈ ਜਲਾਹਾ। ਕਹਿਣ ਲੱਗੇ ਵੀ ਜਿਵੇਂ ਪਾਣੀ ਦੇ ਵਿੱਚ ਮਿਲ ਜਾਂਦਾ, ਐਵੇਂ ਜ਼ਿਕਰੀ ਕਹਿੰਦੇ ਜਿਹੜਾ ਆ ਜਲਾਹਾ ਨਾ ਤੇ ਉਹ ਭਾਈ ਇੰਨਾ ਕੁ ਢਿੱਲਾ ਹੋ ਗਿਆ, ਇੰਨਾ ਕੁ ਆਪਣਾ ਭਾਵ ਮਟਾ ਕਰਕੇ ਪ੍ਰਭੂ ਦੇ ਨਾਲ ਇੱਕ ਮਿੱਕ ਹੋ ਗਿਆ, ਤੇ ਹੁਣ ਮੈਨੂੰ ਵੀ ਕੋਈ ਉਹ ਤੋਂ ਵੱਖਰਾ ਨਹੀਂ ਕਰ ਸਕਦਾ। ਦੂਜੀ ਗੱਲ, ਹੁਣ ਬੜੇ ਸੋਹਣੇ ਬਚਨਾਂ 'ਚ ਭਗਤ ਕਬੀਰ ਜੀ ਨੇ ਸਮਝਾਉਣ ਦਾ ਯਤਨ ਕੀਤਾ। ਕਹਿਣ ਲੱਗੇ ਦੁਨੀਆ ਦੇ ਲੋਕੋ, ਇਹ ਸੰਸਾਰ ਦੇ ਲੋਕੋ, ਮੇਰੇ ਗੁਰੂ ਦੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ, ਮੇਰੇ ਵਿੱਚ ਤੇ ਮੇਰੇ ਗੁਰੂ ਦੇ ਵਿੱਚ, ਮੇਰੇ ਰਾਮ ਦੇ ਵਿੱਚ ਕੋਈ ਫਰਕ ਨਹੀਂ। ਕਹਿੰਦੇ ਨਾ ਹੀ ਕੋਈ ਸਾਨੂੰ ਕੋਈ ਜਾਣ ਸਕਦਾ ਹੈ, ਕਿਉਂਕਿ ਪਹਿਚਾਨਣਾ ਬੜਾ ਔਖਾ ਹੈ। ਅੱਜ ਇੱਕ ਗੱਲ ਯਾਦ ਰੱਖਿਓ, ਜਿਹੜੇ ਸੱਚੇ ਭਗਤ ਜਾਣਦੇ ਨਾ ਗੁਰੂ ਸਵਾਰਿਓ, ਸੱਚੇ ਸੰਤ ਕਹਿ ਦਈਏ ਆਪਾਂ, ਜਿਹੜੇ ਸੱਚੇ ਸੰਤ ਨੇ ਉਹਨਾਂ ਦੇ ਮਗਰ ਦੁਨੀਆ ਨਹੀਂ ਲੱਗਦੀ। ਕਿਉਂ? ਕਿਉਂਕਿ ਦੁਨੀਆ ਦੇ ਲੋਕਾਂ ਨੂੰ ਉਹਨਾਂ ਦੀ ਪਹਿਚਾਣ ਹੀ ਨਹੀਂ ਹੈ। ਤੇ ਜਿਹੜੇ ਠੱਗ ਨੇ, ਤੇ ਮੈਂ ਕਹਿੰਦਾ ਉੱਥੇ ਲਾਈਨਾਂ ਨਹੀਂ ਟੁੱਟਦੀਆਂ ਪਈਆਂ, ਲੋਕਾਂ ਦੀ ਭੀੜ ਨਹੀਂ ਖਤਮ ਹੁੰਦੀ, ਪੱਲੇ ਉਹਨਾਂ ਦੇ ਕੱਖ ਨਹੀਂ। ਦੇਖੋ ਭੇਖ ਦੇ ਮੰਗਰ ਸਾਰੇ ਚਲੇ ਜਾਂਦੇ। ਕਈ ਵਾਰ ਬੰਦੇ ਕਹਿੰਦੇ ਜੀ ਤੁਸੀਂ ਸੰਤਾਂ ਬਾਰੇ ਬੋਲਦੇ ਹੋ, ਮੈਂ ਕਹਿੰਦਾ ਵੀ ਉਹ ਤਾਂ ਭਗਤ ਕਬੀਰ ਜੀ ਨੇ ਕਰੇ ਵੀ ਹਰ ਕੇ ਸੰਤ ਨਾ ਆਖੇ ਬਨਾਰਸ ਕੇ ਠੱਗ, ਬੜਾ ਕੁਝ ਕਿਹਾ ਉਹਨਾਂ ਨੇ। ਕਿੰਨਾ ਲਈ ਗੱਲ ਕੀਤੀ? ਉਹਨਾਂ ਦੇ ਲਈ ਗੱਲ ਕੀਤੀ ਜਿਹੜੇ ਕਹਿੰਦੇ ਗੱਲੀ 'ਚ ਨਾ ਜਪ ਮਾਲੀਆ, ਲੋਟੇ ਹੱਥ ਵਗ, ਹਰ ਕੇ ਸੰਤ ਨਾ ਆਖੇ ਬਨਾਰਸ ਕੇ ਠੱਗ। ਹੁਣ ਇਹ ਜ਼ਿਕਰ ਬੜਾ ਸੋਹਣਾ ਕਿਹਨੇ ਕੀਤਾ? ਭਗਤ ਕਬੀਰ ਜੀ ਨੇ ਕੀਤਾ। ਭਗਤ ਕਬੀਰ ਜੀ ਕਹਿਣ ਲੱਗੇ ਭਲਿਓ, ਕਹਿੰਦੇ ਇਹਨਾਂ ਠੱਗਾਂ ਦੇ ਮਗਰ ਨਾ ਚਲੇ ਜਾਇਓ, ਪਰ ਦੁਨੀਆ ਦੇ ਲੋਕਾਂ ਨੂੰ ਤੁਸੀਂ ਜਿੰਨਾ ਮਰਜ਼ੀ ਮੋੜ ਲਓ, ਦੁਨੀਆ ਦੇ ਲੋਕ ਟਸ ਤੋਂ ਮਸ ਹੋਣ ਵਾਲੇ ਨਹੀਂ। ਭਾਵ ਕੀ ਹੈ? ਇਹ ਮੁੜਨ ਵਾਲੇ ਨਹੀਂ, ਇਹਨਾਂ ਨੇ ਫਿਰ ਜਾ ਕੇ ਉਹਨਾਂ ਦੇ ਚਰਨਾਂ 'ਚ ਬੈਠਣਾ ਹੈ, ਉਹਨਾਂ ਦੇ ਜਾ ਕੇ ਫੈਰ ਪੈਰ ਧੋਣੇ ਆ। ਜਿਹੜਾ ਮੈਂ ਅਸਲ ਜ਼ਿਕਰ ਕਰਦਾ ਪਿਆ, ਕਹਿਣ ਲੱਗੇ ਭਗਤ ਕਬੀਰ ਜੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਕਹਿੰਦੇ ਦੁਨੀਆ ਦੇ ਲੋਕਾਂ ਨੂੰ ਭਗਤ ਕਬੀਰ ਤੇ ਰਾਮ ਦੀ ਕਦੇ ਪਹਿਚਾਣ ਹੀ ਨਹੀਂ ਆਉਂਦੀ ਪਈ। ਭਗਤ ਕਬੀਰ ਨੂੰ ਲੋਕ ਕਮਲਾ ਕਹਿੰਦੇ ਪਏ ਆ, ਭਗਤ ਕਬੀਰ ਨੂੰ ਲੋਕ ਨਿੰਦਦੇ ਪਏ ਨੇ, ਭਗਤ ਕਬੀਰ ਨੂੰ ਕਹਿੰਦੇ ਮਤ ਦਾ ਹੌਲਾ ਵੀ ਕਹਿੰਦੇ ਪਏ ਨੇ। ਅੱਜ ਜ਼ਿਕਰ ਕਰਦੇ ਪਏ ਆ, ਕਹਿੰਦੇ ਐਡੂ ਮਤ ਦਾ ਹੌਲਾ ਕੀ ਹੋਏ ਵੀ ਸਾਰੀ ਦੁਨੀਆ ਆ ਕੇ ਕਾਸ਼ੀ ਦੇ ਵਿੱਚ ਰਹਿੰਦੀ ਹੈ। ਕਹਿੰਦੇ ਭਗਤ ਕਬੀਰ ਜਿਹੜਾ ਮਗਹਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ, ਕਹਿੰਦੇ ਇਹਦੀ ਮੁਕਤੀ ਕੋਈ ਨਹੀਂ ਹੋਣੀ। ਹੁਣ ਭਗਤ ਕਬੀਰ ਜੀ ਸਮਝਾਉਂਦੇ, ਕਹਿੰਦੇ ਭਲਿਓ ਜਿਵੇਂ ਪਾਣੀ ਨੂੰ ਪਾਣੀ ਦੇ ਵਿੱਚ ਮਿਲਾ ਦਿੰਦੇ ਆ ਨਾ, ਤੇ ਪਾਣੀ ਨੂੰ ਵੱਖਰਾ ਨਹੀਂ ਕਰਿਆ ਜਾ ਸਕਦਾ, ਐਵੇਂ ਜ਼ਿਕਰੀ ਕਹਿਣ ਲੱਗੇ ਤਿਉਂ ਢੁਰ ਮਿਲਿਓ। ਢੁਰ ਦਾ ਅਰਥ ਹੁੰਦਾ ਢਿੱਲਾ ਹੋ ਜਾਣਾ, ਢੁਰ ਦਾ ਅਰਥ ਹੁੰਦਾ ਢਲ ਜਾਣਾ, ਆਪਣੇ ਆਪ ਨੂੰ ਢਾਲ ਲੈਣਾ। ਅਗਲਾ ਗੱਲ ਕਿ ਆਪਣੀ ਮੈਂ ਭਾਵਨਾ, ਆਪਣੀ ਹਉਮੈ ਨੂੰ ਖਤਮ ਕਰਕੇ, ਜਿਹੜੀ ਗੱਲ ਭਗਤ ਕਬੀਰ ਜੀ ਨੇ ਕਿਹਾ, ਭਗਤ ਕਬੀਰ ਜੀ ਨੇ ਬੜੇ ਸੋਹਣੇ ਸ਼ਬਦਾਂ 'ਚ ਕਿਹਾ, ਕਹਿਣ ਲੱਗੇ ਹੈ ਮੇਰੇ ਮਾਲਕਾ, ਮੇਰਾ ਮਜ ਮੈਂ ਕਿਸਨੀ ਜੋ ਕਿਸ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੈ ਮੇਰਾ। ਕਹਿਣ ਲੱਗੇ ਅਸਲ ਦੇ ਵਿੱਚ ਮੇਰਾ ਤਾਂ ਹੈ ਹੀ ਕੁਝ ਨਹੀਂ ਹੈ। ਕਹਿੰਦੇ ਮੈਂ ਹਉਮੈ ਕਰਾਂ ਤਾਂ ਕਰਾਂ ਕਦੀ, ਮੈਂ ਹੰਕਾਰ ਕਰਾਂ ਤਾਂ ਕਰਾਂ ਕਦਾ। ਆਪਣੀ ਮੈਂ ਭਾਵਨਾ, ਆਪਣੀ ਹੰਕਾਰ ਨੂੰ ਤੋੜ ਕਰਕੇ, ਆਪਣ ਨੂੰ ਢੈਲਾ ਕਰਕੇ, ਕਹਿੰਦੇ ਭਾਈ ਹੁਣ ਮਿਲਿਓ ਜਲਾਹੋ। ਕਹਿੰਦੇ ਹੁਣ ਕਬੀਰ ਤਾਂ ਉਹਦੇ ਨਾਲ ਇੱਕ ਮਿੱਕ ਹੋ ਗਿਆ, ਇਹਨੇ ਆਪਣੇ ਆਪ ਨੂੰ ਢਾਲ ਲਿਆ, ਭਾਵ ਕਿ ਹਉਮੈ ਭਾਵ ਨੂੰ ਖਤਮ ਕਰਕੇ ਉਹਦੇ ਨਾਲ ਇੱਕ ਮਿੱਕ ਹੋ ਗਿਆ। ਕਿਵੇਂ ਹੋਇਆ? ਜਿਵੇਂ ਕਹਿੰਦੇ ਭਾਈ ਪਾਣੀ ਨੂੰ ਪਾਣੀ ਦੇ ਵਿੱਚ ਮਿਲਾ ਦਿੰਦੇ ਆ, ਐਵੇਂ ਜ਼ਿਕਰੀ ਹੁਣ ਕਬੀਰ ਤੇ ਉਹ ਰਾਮ ਦੇ ਵਿੱਚ ਵੀ ਕੋਈ ਫਰਕ ਨਹੀਂ। ਹੁਣ ਦੁਨੀਆ ਦੇ ਲੋਕ ਜੋ ਮਰਜ਼ੀ ਕਹਿੰਦੇ ਨੇ, ਕਹਿੰਦੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ ਹੈ। ਦੁਨੀਆ ਦੇ ਲੋਕ, ਇਹ ਹਰੇ ਦੇ ਲੋਕ ਕਹਿੰਦੇ ਮੈਂ ਤਾਂ ਭਾਈ ਹੁਣ ਤੁਸੀਂ ਤੁਹਾਡੇ ਭਾਅ ਦਾ ਤਾਂ ਇਹ ਲੱਗਦਾ ਪਿਆ ਵੀ ਮੈਂ ਤਾਂ ਮਤ ਦਾ ਹੌਲਾ ਹਾਂ, ਮਤ ਦਾ ਪੁਰਾ ਹਾਂ। ਜੋ ਤਨ ਕਾਂਸੀ ਤਜੈ ਕਬੀਰਾ, ਰਮਈਐ ਕਹਾ ਨ ਹੋਰਾ। ਕਹਿਣ ਲੱਗੇ ਜਿਉਂ ਤਨ ਕਾਸੀ ਤਜੇ ਕਬੀਰਾ, ਮੈਂ ਜਾ ਕੇ ਕਹਿੰਦੇ ਜਿਹੜਾ ਕਾਸ਼ੀ ਦੇ ਵਿੱਚ ਕਹਿੰਦੇ ਸੀ ਵੀ ਸੀ ਨੂੰ ਛੱਡਣਾ ਹੈ, ਮੈਂ ਕਾਸ਼ੀ ਨੂੰ ਛੱਡ ਕਰਕੇ ਤੇ ਮੈਂ ਮਗਹਰ ਦੇ ਵਿੱਚ ਜਾ ਕਰਕੇ ਆਪਣਾ ਬਸੇਰਾ
ਕੀਤਾ। ਰਹਾਉ ਕਹਿਤ ਕਬੀਰ ਸੁਣੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਕਹੇ ਕਬੀਰ, ਭਗਤ ਕਬੀਰ ਜੀ ਕਹਿੰਦੇ ਕਹੋ ਕਬੀਰ ਸੁਣੋ ਰੇ ਲੋਈ। ਲੋਈ ਦਾ ਅਰਥ ਇੱਥੇ ਹੈ ਦੁਨੀਆ ਦੇ ਲੋਕੋ, ਹੈ ਸੰਸਾਰ ਦੇ ਲੋਕੋ, ਤੁਸੀਂ ਮੇਰੀ ਇੱਕ ਆ ਗੱਲ ਨੂੰ ਸੁਣਨਾ ਕਰੋ, ਮੇਰੀ ਗੱਲ ਦੇ ਵੱਲ ਇੱਕ ਧਿਆਨ ਦਿਓ। ਕਹਿੰਦੇ ਭਰਮ ਨਾ ਭੁੱਲੋ ਕੋਈ, ਕਹਿੰਦੇ ਤੁਸੀਂ ਇਸ ਭਰਮ ਨੂੰ ਨਾ ਭੁੱਲੋ, ਅੰਨਾ ਭਰਮਾਂ ਦੇ ਵਿੱਚ ਨਾ ਪਾਓ, ਇਹਨੂੰ ਸਮਝਣ ਦਾ ਯਤਨ ਕਰੋ। ਕੀ ਸਮਝਾਉਂਦੇ ਨੇ ਉਹ ਅਗਲੇ ਬੰਦ ਦੇ ਅੰਦਰ ਨਾਲ ਹੀ ਦੱਸਦੇ ਪਏ ਨੇ। ਕਿਆ ਕਾਂਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਰਾਮ ਵਸਦਾ ਨਾ, ਜਿਨ੍ਹਾਂ ਦੇ ਅੰਦਰ ਰਾਮ ਵਸ ਗਿਆ, ਜਿਨ੍ਹਾਂ ਨੇ ਆਪਣੀ ਰਾਮ ਦੇ ਨਾਲ ਆਪਣੀ ਪਿਆਰ ਪਾ ਲਿਆ, ਰਾਮ ਦੇ ਨਾਲ ਆਪਣਾ ਸਨੇਹ ਜੋੜ ਲਿਆ, ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ, ਉਹਨਾਂ ਲਈ ਕਹਿੰਦੇ ਕੋਈ ਦੇਸ਼ ਚੰਗਾ ਨਹੀਂ ਤੇ ਕੋਈ ਦੇਸ਼ ਮਾੜਾ ਨਹੀਂ ਹੈ। ਉਹਨਾਂ ਲਈ ਕਿਹਾ ਕੀ ਕਾਂਸੀ ਹੈ, ਕੀ ਕਹਿੰਦੇ ਭਾਈ ਮਗਹਰ ਹੈ, ਬੇਸ਼ੱਕ ਦੇ ਉਹ ਕਾਂਸੀ ਦੇ ਵਿੱਚ ਸਰੀਰ ਨੂੰ ਸੜਦੇ, ਬੇਸ਼ੱਕ ਦੇ ਉਹ ਮਗਹਰ ਦੇ ਸੜਦੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਕਿਉਂ? ਕਿਉਂਕਿ ਉਹ ਤਾਂ ਇੱਕਮਿਕ ਹੋ ਚੁੱਕੇ ਨੇ। ਕਹਿੰਦੇ ਭਾਈ ਹੁਣ ਮੈਂ ਤਾਂ ਮੇਰੇ ਉਹ ਰਾਮ ਦੇ ਵਿੱਚ ਮੇਰੇ 'ਚ ਕੋਈ ਫਰਕ ਨਹੀਂ ਹੈ, ਅਸੀਂ ਤਾਂ ਕਹਿੰਦੇ ਹੁਣ ਇੱਕਮਿਕ ਹੋ ਚੁੱਕੇ ਹਾਂ। ਇਹ ਦੁਨੀਆ ਦੇ ਲੋਕੋ, ਸੰਸਾਰ ਦੇ ਲੋਕੋ, ਤੁਸੀਂ ਇਸ ਭਰਮਾਂ ਦੇ ਵਿੱਚੋਂ ਬਾਹਰ ਨਿਕਲੋ, ਇਹਨਾਂ ਭਰਮਾਂ ਨੂੰ ਸਮਝਣ ਦਾ ਯਤਨ ਕਰੋ ਵੀ ਕਿਆ ਕਾਸੀ ਕਿਆ ਉਰਖ ਮਗਹਰ। ਕਹਿੰਦੇ ਕੀ ਕਾਸੀ ਮਤਲਬ ਕਿ ਨਗਰ ਹੈ, ਕੀ ਕਹਿੰਦੇ ਮਗਹਰ ਦਾ ਨਗਰ ਹੈ, ਰਾਮ ਹਿਰਦੈ ਜਿਉਂ ਹੋਈ। ਜਿਵੇਂ ਕਹਿੰਦੇ ਰਾਮ ਆਪਣੇ ਹਿਰਦੇ ਦੇ ਅੰਦਰ, ਜਿਨ੍ਹਾਂ ਦੇ ਅੰਦਰ ਵਸਦਾ ਹੈ, ਉਹਨਾਂ ਲਈ ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈ। ਇਹ ਭਰਮ ਨੂੰ ਗੁਰੂ ਸਵਾਰਿਓ ਭਗਤ ਕਬੀਰ ਜੀ ਨੇ ਜਿਹੜਾ ਸੀਗਾ ਤੇ ਉਹ ਸਾਂਝਾ ਕੀਤਾ ਹੈ ਵੀ ਮਗਹਰ ਦੇ ਵਿੱਚ ਉਹਨਾਂ ਨੇ ਆਪਣੇ ਸਰੀਰ ਨੂੰ ਛੱਡਿਆ। ਅੱਜ ਉੱਥੇ ਉਸ ਨਗਰ ਦੇ ਵਿੱਚ ਜੇ ਆਪਾਂ ਅੱਜ ਦੀ ਗੱਲ ਕਰੀਏ, ਹੋ ਸਕਦਾ ਵੀ ਆਪਣੇ 'ਚੋਂ ਕੋਈ ਉਸ ਯੂਪੀ ਦੇ ਵਿੱਚ ਗਿਆ ਹੋਵੇ, ਵੀ ਉਸ ਮਗਹਰ ਨਗਰ ਦੇ ਵਿੱਚ ਜਾ ਕੇ ਆਇਆ ਹੋਵੇ। ਅੱਜ ਉਸ ਮਗਹਰ ਨਗਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ। ਇਹ ਗੱਲ ਯਾਦ ਰੱਖਿਓ, ਉੱਥੇ ਯੂਨੀਵਰਸਿਟੀਆਂ ਬਣੀਆਂ, ਉੱਥੇ ਕਾਲਜ ਬਣੇ ਹੋਏ ਆ, ਉੱਥੇ ਸਕੂਲ ਬਣੇ ਆ। ਤੁਸੀਂ ਹੈਰਾਨ ਹੋਵੋਗੇ ਵੀ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਦੇ ਨਾਮ ਜਿਹੜੇ ਨਾ ਸਾਰੇ ਭਗਤ ਕਬੀਰ ਦੇ ਨਾਮ ਦੇ ਉੱਪਰ ਨੇ। ਸਰੀਰ ਮਗਹਰ ਦੇ ਉਸ ਨਗਰ ਦੇ ਵਿੱਚ ਜਿੱਥੇ ਸਰੀਰ ਭਗਤ ਕਬੀਰ ਜੀ ਨੇ ਛੱਡਿਆ ਸੀ, ਜਿੱਥੇ ਲੋਕ ਜਾਣ ਤੋਂ ਡਰਦੇ ਸੀ, ਜਿੱਥੇ ਲੋਕ ਕਹਿੰਦੇ ਸੀ ਵੀ ਇਹਨੂੰ ਤਾਂ ਸਰਾਪ ਮਿਲਿਆ ਹੋਇਆ ਵੀ ਜਿਹੜਾ ਇੱਥੇ ਸਰੀਰ ਛੱਡੂਗਾ ਵੀ ਉਹਦੀ ਮੁਕਤੀ ਨਹੀਂ ਹੋਣੀ, ਉਹ ਤਾਂ ਕਹਿੰਦੇ ਨਰਕਾਂ 'ਚ ਜਾਊਗਾ। ਜਿਹੜੇ ਲੋਕ ਕਹਿੰਦੇ ਸੀਗੇ ਵੀ ਇੱਥੇ ਭਾਈ ਜਿਹੜਾ ਕੋਈ ਰਹੂਗਾ ਨਾ ਵੀ ਉਹ ਤਾਂ ਖੋਤੇ ਦੀ ਜੂਨ 'ਚ ਪਏਗਾ, ਉੱਥੇ ਭਗਤ ਕਬੀਰ ਜੀ ਨੇ ਆਪਣਾ ਨਗਰ ਛੱਡਿਆ। ਉੱਥੇ ਨਾ ਇੱਕ ਨਦੀ ਹੈ ਆਮੀ ਨਗਰ, ਇੱਕ ਨਦੀ ਵਗਦੀ ਹੈ ਉੱਥੇ, ਉਹਦਾ ਨਾਮ ਹੈ ਆਮੀ ਨਗਰੀ। ਅਤੇ ਉਹ ਨਦੀ ਦੇ ਨਾਲ, ਨਦੀ ਦੇ ਕੰਢੇ 'ਤੇ, ਇੱਕ ਕੰਢੇ 'ਤੇ ਤਾਂ ਉੱਥੇ ਲੋਕਾਂ ਦੇ ਜਿਹੜੇ ਹੈਗੇ ਉਹ ਸੰਸਕਾਰ ਕੀਤੇ ਜਾਂਦੇ ਆ, ਅਤੇ ਦੂਜੇ ਪਾਸੇ ਜਿਹੜਾ ਸੀਗਾ ਮੜੀਆਂ ਬਣੀਆਂ ਹੋਣ ਦੇ ਪਾਸੇ ਜਿਹੜਾ ਇਹਨਾਂ ਨੂੰ ਲੋਕਾਂ ਨੂੰ ਦਫਨਾਇਆ ਜਾਂਦਾ। ਇੱਕ ਸੱਜੇ ਦਫਨਾਇਆ ਜਾਂਦਾ, ਦੂਜੇ ਸੰਸਕਾਰ ਕੀਤੇ ਜਾਂਦੇ। ਅੱਜ ਲੋਕਾਂ ਨੂੰ ਹੁਣ ਥੋੜ੍ਹਾ ਜਿਹਾ ਲੋਕ ਜਿਹੜੇ ਜਾਗਰਤ ਹੋਏ, ਭਰਮਾਂ 'ਚੋਂ ਬਾਹਰ ਨਿਕਲੇ, ਅੱਜ ਉਹ ਨਗਰ ਬੜਾ ਹਰ ਭਰਿਆ ਨਗਰ ਬਣ ਗਿਆ। ਦੇਖੋ ਭਗਤ ਕਬੀਰ ਜੀ ਉੱਥੇ ਗਏ, ਭਗਤ ਕਬੀਰ ਜੀ ਨੇ ਆਪਣਾ ਸਰੀਰ ਨੂੰ ਛੱਡਿਆ ਅਤੇ ਦੁਨੀਆ ਦੇ ਲੋਕਾਂ ਨੂੰ ਭਰਮਾਂ 'ਚੋਂ ਬਾਹਰ ਕੱਢਿਆ। ਅੱਜ ਉੱਥੇ ਲੋਕ ਬਸੇਰਾ ਵਧੀਆ ਲੋਕਾਂ ਦਾ ਹੋ ਚੁੱਕਿਆ, ਉੱਥੇ ਕਾਲਜ, ਯੂਨੀਵਰਸਿਟੀਆਂ, ਸਕੂਲ ਬਣ ਚੁੱਕੇ ਨੇ। ਉਹ ਵਧੀਆ ਦੇਸ਼ ਅੱਜ ਮਤਲਬ ਕਿ ਬਣ ਚੁੱਕਾ, ਲੋਕ ਦੂਰੋਂ ਦੂਰੋਂ ਚੱਲ ਕੇ ਜਾਂਦੇ ਆ ਉੱਥੇ। ਭਗਤ ਕਬੀਰ ਜੀ ਉਹ ਜਗ੍ਹਾ ਵੀ ਬਣੀ ਹੋਈ ਹੈ, ਜਿਸ ਜਗ੍ਹਾ 'ਤੇ ਭਗਤ ਕਬੀਰ ਨੇ ਆਪਣੇ ਸਰੀਰ ਨੂੰ ਛੱਡਿਆ ਸੀਗਾ, ਅਤੇ ਉਹ ਜਗ੍ਹਾ ਵੀ ਬਣੀ ਆ, ਅਤੇ ਉੱਥੇ ਲੋਕ ਜਾਂਦੇ ਵੀ ਨੇ, ਸਾਰੇ ਜਾ ਕੇ ਉੱਥੇ ਨਮਸਕਾਰਾਂ ਕਰਕੇ ਆਉਂਦੇ ਆ ਅਤੇ ਉਹਦੇ ਦਰਸ਼ਨ ਕਰਕੇ ਆਉਂਦੇ ਨੇ। ਅਤੇ ਉਹ ਭਾਵ ਕੀ ਹੈ ਵੀ ਉੱਥੇ ਅੱਜ ਮੇਲੇ ਲੱਗਣੇ ਸ਼ੁਰੂ ਹੋ ਗਏ ਆ। ਬੜਾ ਸੋਹਣਾ ਜਿਹੜਾ ਗਾ ਉਹ ਬਣ ਗਿਆ। ਅਤੇ ਇਹ ਗੱਲ ਜਿਹੜੀ ਸਪਸ਼ਟ ਭਗਤ ਕਬੀਰ ਜੀ ਨੇ ਕੀਤੀ ਸੀ ਵੀ ਜਿਹਦੇ ਹਿਰਦੇ ਦੇ ਅੰਦਰ ਰਾਮ ਵਸਦਾ ਨਾ, ਅਤੇ ਉਹਨਾਂ ਲਈ ਕੋਈ ਜਿਹੜਾ ਚੰਗਾ ਨਹੀਂ ਹੁੰਦਾ ਇਸ ਜਗ੍ਹਾ, ਅਤੇ ਕੋਈ ਮਾੜੀ ਨਹੀਂ ਹੁੰਦੀ। ਹੁਣ ਦੇਖੋ ਸਰੀਰ ਦੇ ਵਿੱਚੋਂ ਜਿੰਦ ਜਾਨ ਨਿਕਲ ਜਾਂਦੀ ਹੈ ਆਪਣੇ ਵੀ, ਆਪਾਂ ਵੀ ਦੇਖੋ ਕਿੰਨੇ ਦੁਨੀਆ 'ਤੇ, ਸੰਸਾਰ 'ਤੇ ਪ੍ਰਾਣੀ। ਕਈ ਵਾਰ ਤਾਂ ਇਹ ਵੀ ਹੁੰਦਾ ਹੈ ਵੀ ਜੇ ਆਪਾਂ ਅੱਜ ਦੇ ਹਾਲਾਤਾਂ ਦੀ ਮੈਂ ਗੱਲ ਕਰਾਂ, ਅੱਜ ਦੇ ਤੁਸੀਂ ਹਾਲਾਤ ਸਾਰੇ ਹੀ ਜਾਣਦੇ ਹੋ, ਹੈ ਨਾ। ਕਰੋਨਾ ਦੀ ਜਿਹੜੀ ਆ ਭਿਆਨਕ ਬਿਮਾਰੀ ਹੈ, ਇਸ ਬਿਮਾਰੀ ਦੇ ਕਾਰਨ ਕਿੰਨੇ ਜਾਣਿਆਂ ਦੀ ਮੌਤ ਹੁੰਦੀ ਪਈ ਹੈ।
ਸਾਨੂੰ ਉਹਨਾਂ ਘਰਾਂ ਦੇ ਵਿੱਚ ਜਾ ਕਰਕੇ ਅਸੀਂ ਜੇ ਪਤਾ ਕਰੀਏ ਨਾ, ਜਿਨ੍ਹਾਂ ਘਰਾਂ ਦੇ ਵਿੱਚ ਮੌਤਾਂ ਹੋਈਆਂ, ਉਹਨਾਂ ਨੂੰ ਆਪਣੇ ਨਾਲ ਦੇ ਆਪਣੇ ਮਾਂ ਦਾ ਜਾਂ ਆਪਣੇ ਪਿਓ ਦਾ ਜਾਂ ਆਪਣੇ ਭੈਣ ਭਰਾ ਦਾ ਸੰਸਕਾਰ ਕਰਨ ਵਾਸਤੇ ਵੀ ਇਜਾਜ਼ਤ ਨਹੀਂ ਮਿਲੀ। ਅਗਲੀ ਗੱਲ ਇਹ ਵੀ ਨਹੀਂ ਪਤਾ ਵੀ ਉਹ ਕਿਹੜੀ ਜਗ੍ਹਾ 'ਤੇ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ। ਕਦੇ ਸੋਚਿਆ ਸੀ ਇਸ ਤਰ੍ਹਾਂ ਵੀ ਹੋਊਗਾ, ਅਸੀਂ ਆਪਣੇ ਹੱਥੀਂ ਸੰਸਕਾਰ ਕਰਾਂਗੇ। ਇੱਥੋਂ ਤੱਕ ਇਹ ਹੈ ਵੀ ਉਹਨਾਂ ਨੂੰ ਲਵੇਟ ਕਰਕੇ ਨਾ, ਇੱਕ ਪੈਕ ਕਰਕੇ ਮਤਲਬ ਕਿ ਕੱਪੜੇ ਦੇ ਵਿੱਚ ਬੰਨ੍ਹ ਕੇ ਦੇ ਦਿੰਦੇ ਆ, ਕਹਿੰਦੇ ਜੀ ਇਹਨੂੰ ਖੋਲ੍ਹਣਾ ਨਹੀਂ, ਇਹ ਤੋਂ ਦੂਰ ਰਹੋ। ਉਹ ਆਪ ਹੀ ਆਉਂਦੇ ਨੇ, 2 ਜਣੇ ਆ ਕੇ ਕਿੱਟ ਪਾ ਕੇ ਜਿਹੜੀ ਉਹ ਸੰਸਕਾਰ, ਮੂੰਹ ਦੇਖਣ ਦਾ ਸਮਾਂ ਵੀ ਨਹੀਂ ਮਿਲਦਾ ਪਿਆ। ਐਦੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਜਿਹੜੀ ਮੈਂ ਅਸਲ ਗੱਲ ਕਰਦਾ ਪਿਆ, ਇਹ ਗੱਲ ਸੱਚ ਹੈ ਕਿ ਜਦੋਂ ਜਿੰਨਾ ਸਮਾਂ ਸਰੀਰ 'ਚ ਜਾਣ ਹੈ, ਓਨਾ ਸਮਾਂ ਹੀ ਜਹਾਨ ਹੈ। ਸੌਖੀ ਜੀ ਗੱਲ ਹੈ, ਜਿੰਨਾ ਸਮਾਂ ਸਰੀਰ 'ਚ ਜਾਣ ਹੈ ਓਨਾ ਸਮੇਂ ਹੀ ਜਹਾਨ ਹੈ। ਜਦੋਂ ਸਰੀਰ ਦੇ ਵਿੱਚੋਂ ਜਾਨ ਚਲੀ ਜਾਂਦੀ ਹੈ ਤੇ ਫਿਰ ਭਾਈ ਕਹਿੰਦੇ ਕੋਈ ਨਹੀਂ ਪੁੱਛਦਾ, ਉਹਦਾ ਕਿੱਥੇ ਮਰਜ਼ੀ ਸੰਸਕਾਰ ਕਰ ਦਿਓ, ਉਹਨੂੰ ਜਿੱਥੇ ਮਰਜ਼ੀ ਰੱਖ ਦਿਓ, ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਕੁਝ ਵੀ ਨਹੀਂ ਹੋਣ ਲੱਗਿਆ। ਇਹ ਵਾਧੂ ਦੀਆਂ ਗੱਲਾਂ ਬਣਾਈਆਂ ਹੋਈਆਂ ਸੀਗੀਆਂ, ਪਹਿਲਾਂ ਵੀ ਬਣਾਈਆਂ ਸੀਗੀਆਂ, ਅੱਜ ਵੀ ਇਹ ਚੱਲਦਾ। ਕਈ ਵਾਰ ਇੱਥੇ ਲੜਾਈ ਹੋਈ ਜਾਂਦੀ ਦੇ ਵੀ ਅਸੀਂ ਸੰਸਕਾਰ ਕਰਨਾ ਜੀ, ਫਲਾਨੀ ਜਗ੍ਹਾ 'ਤੇ ਕਰਨਾ, ਇੱਥੇ ਕਰਨਾ, ਬੜਾ ਕੁਝ ਹੋ ਜਾਂਦਾ ਹੈ। ਤੁਹਾਨੂੰ ਪਤਾ ਹੈ ਪਿਛਲੇ ਸਾਲ ਦੀ ਗੱਲ ਹੈ ਕਿ ਸਾਡੇ ਪਦਮ ਸ਼੍ਰੀ ਅਤੇ ਜਿਨ੍ਹਾਂ ਨੂੰ ਮਤਲਬ ਕਿ ਆਪਾਂ ਨੂੰ ਅਵਾਰਡ ਮਿਲੇ ਆ, ਅਤੇ ਸ਼੍ਰੋਮਣੀ ਰਾਗੀ ਭਾਈ ਨਿਰਮਲ ਸਿੰਘ ਜੀ, ਉਹਨਾਂ ਦੇ ਜਿਨ੍ਹਾਂ ਦੀ ਡੈਥ ਹੋ ਗਈ, ਉਹਨਾਂ ਦਾ ਸੰਸਕਾਰ ਕਰਨ ਵਾਸਤੇ ਪਿੰਡ ਵਾਲਿਆਂ ਨੇ ਵੀ ਜਗ੍ਹਾ ਨਹੀਂ ਦਿੱਤੀ। ਕਹਿੰਦੇ ਇੱਥੇ ਨਹੀਂ ਅਸੀਂ ਕਰ ਦਿੰਦੇ। ਕੀ ਹਾਲ ਹੋਇਆ, ਚੁੱਕ ਕੇ ਕਿੱਥੇ ਲਾਣੇ, ਕਿੱਥੇ ਲੈ ਕੇ ਜਾਣ, ਕਿੱਦਾਂ ਬੇਕਦਰੀ ਕੀਤੀ ਗਈ। ਕੀ ਇਹਦੇ ਨਾਲ ਕੁਛ ਹੋ ਸਕਦਾ? ਇੱਕ ਸੋਚਣ ਵਾਲੀ ਗੱਲ ਆ। ਮੈਂ ਸੌਖੀ ਜਿਹੀ ਗੱਲ ਕਰਕੇ ਉਸ ਤੋਂ ਬਾਅਦ ਸਮਾਪਤੀ ਵੱਲ ਵਧਾਂ, ਕੋਈ ਸਮਾਂ ਹੋ ਚੁੱਕਿਆ। ਇੱਕ ਸੋਚਣ ਵਾਲੀ ਗੱਲ ਇਹ ਹੈ ਵੀ ਜਿੰਨਾ ਸਮਾਂ ਸਰੀਰ ਦੇ ਵਿੱਚ ਜਾਨ ਰਹਿੰਦੀ ਹੈ, ਉਨਾ ਸਮਾਂ ਸਾਡੇ ਸਰੀਰ ਦੇ ਜਿਹੜੇ ਸੈੱਲ ਨੇ, ਸਿਸਟਮ ਜਿਹੜੇ ਆ ਉਹ ਜਿਉਂਦੇ ਰਹਿੰਦੇ ਆ। ਉਹਨਾਂ ਸਮਾਂ ਜਿਉਂਦੇ, ਉਹਨਾਂ ਸਮਾਂ ਜਿੰਨਾ ਸਮਾਂ ਅਸੀਂ ਸਾਹ ਲੈਂਦੇ ਹਾਂ, ਉਹਨਾਂ ਸਮਾਂ ਜਿਹੜੇ ਹੈਗੇ ਉਹ ਬਿਮਾਰੀ ਫੈਲਣ ਦਾ ਡਰ ਹੈ। ਉਹਨਾਂ ਸਮਾਂ ਜਦੋਂ ਸਰੀਰ ਦੀ ਬੋਡੀ ਦੇ ਵਿੱਚੋਂ ਜਿੰਦ ਜਾਨ ਨਿਕਲ ਗਈ, ਇਹ ਡੈੱਡ ਬੋਡੀ ਹੋ ਗਈ, ਅਤੇ ਆਪਾਂ ਸੋਚ ਕੇ ਵੇਖੀ ਵੀ ਹੁਣ ਵਾਇਰਸ ਕਿਵੇਂ ਫੈਲ ਜੂਗਾ। ਸਾਰੇ ਸੈੱਲ ਤਾਂ ਮਰ ਗਏ, ਖਤਮ ਹੋ ਗਏ, ਸਾਹ ਬਾਹਰ ਨਹੀਂ ਆਉਂਦਾ ਪਿਆ, ਬੋਡੀ ਜਿਹੜੀ ਹੈ ਸਾਡੀ ਸਾਰੀ ਖਤਮ, ਕਿਵੇਂ ਵਾਇਰਸ ਫੈਲ ਜੂਗਾ? ਵਾਇਰਸ ਵੀ ਨਾਲ ਦੀ ਨਾਲ ਹੀ ਮਰ ਗਿਆ। ਇਹ ਐਡਾ ਕੁ ਸਾਨੂੰ ਮੂਰਖ ਬਣਾਇਆ ਜਾ ਰਿਹਾ, ਇੰਨਾ ਕੁ ਸਾਨੂੰ ਭੁੱਬਲ ਭੁਲਸੇ ਦੇ ਵਿੱਚ ਪਾ ਕੇ ਰੱਖਤਾ ਵੀ ਮਤਲਬ ਕਿ ਨੇੜੇ ਨਹੀਂ ਲੱਗਣਾ ਜੀ, ਇਹ ਹੋ ਜਾਊਗਾ ਜੀ, ਫਲਾਨਾ ਹੋ ਜਾਊਗਾ। ਇਹ ਚੀਜ਼ਾਂ ਕੁਝ ਨਹੀਂ ਹੈ। ਇਹ ਵਾਧੂ ਦੇ ਸੋਸੇ ਬਣਾ ਕੇ ਜਿਹੜੇ ਉਹ ਮਤਲਬ ਕਿ ਛੱਡੇ ਜਾ ਰਹੇ ਨੇ। ਜਦੋਂ ਸਰੀਰ 'ਚ ਜਾਨ ਹੀ ਰਹੀ, ਅਤੇ ਮੈਂ ਕਹਿੰਦਾ ਵੀ ਜਦੋਂ ਸਾਰਾ ਕੁਝ ਖਤਮ ਹੀ ਹੋ ਗਿਆ, ਅਤੇ ਮਗਰ ਰਹਿ ਕੀ ਗਿਆ? ਉਹਦੇ ਨਾਲ ਕਾਹਦੇ ਨਾਲ ਵਾਇਰਸ ਫੈਲ ਜਾਣਾ ਹੈ? ਕਿੱਦਾਂ ਫੈਲੇਗਾ? ਸਾਹ ਉਹ ਨਹੀਂ ਲੈਂਦਾ ਪਿਆ, ਕੁਝ ਖੰਘਦਾ ਵਿਚਾਰਾ ਉਹ ਨਹੀਂ ਪਿਆ, ਉਹ ਤਾਂ ਡੈੱਡ ਬੋਡੀ, ਕੁਝ ਵੀ ਨਹੀਂ। ਕੁਦਰਤੀ ਤੌਰ 'ਤੇ ਜਦੋਂ ਸਰੀਰ 'ਚ ਜਾਨ ਨਿਕਲ ਜਾਂਦੀ, ਸਾਰਾ ਕੁਝ ਖਤਮ ਹੋ ਜਾਂਦਾ, ਫਿਰ ਸਰੀਰ ਦੀ ਹਰਕਤ ਹੀ ਕੋਈ ਨਹੀਂ ਹੁੰਦੀ। ਉਹਨੂੰ ਜਿਸ ਤਰ੍ਹਾਂ ਮਰਜ਼ੀ ਤੁਸੀਂ ਉਹਨੂੰ ਅੱਗ ਦੇ ਵਿੱਚ ਫੂਕ ਦਿਓ, ਜਿੱਥੇ ਮਰਜ਼ੀ ਕੁਝ ਕਰ ਦਿਓ। ਸੋ ਕਹਿਣ ਤੋਂ ਮੁਰਾਦ ਇਹ ਹੈ ਵੀ ਆਹ ਚੀਜ਼ਾਂ ਤੋਂ ਵੀ ਅਸੀਂ ਮਤਲਬ ਕਿ ਗੁਰੇਜ਼ ਕਰਨਾ, ਬਚਣ ਦਾ ਯਤਨ ਕਰੀਏ। ਐਵੇਂ ਭਰਮਾਂ ਦੇ ਵਿੱਚ ਪੈ ਕਰਕੇ ਲੋਕਾਂ ਦੇ ਮਨਾਂ 'ਚ ਡਰ ਇੰਨਾ ਕੁ ਪੈਦਾ ਕਰ ਦਿੱਤਾ, ਇੱਕ ਦੂਜੇ ਦੇ ਰਿਸ਼ਤੇ ਨਾਤੇ ਸਾਡੇ ਟੁੱਟਣੇ ਸ਼ੁਰੂ ਹੋ ਗਏ, ਅਤੇ ਬੜਾ ਭਿਆਨਕ ਸਮਾਂ ਜਿਹੜਾ ਸਾਡੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਪਰ ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਹੈ, ਜਿਨ੍ਹਾਂ ਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਹੈ, ਉਹ ਬੜੇ ਅਟੱਲ ਨੇ, ਉਹ ਬੜੇ ਦ੍ਰਿੜ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਵੀ ਮੌਤ ਤਾਂ ਸਾਰਿਆਂ ਨੂੰ ਆਉਣੀ ਆਉਣੀ। ਉਹ ਬੇਸ਼ੱਕ ਦੀ ਅੱਜ ਆ ਜੇ, ਬੇਸ਼ੱਕ ਦੀ ਕੱਲ੍ਹ ਆ ਜੇ, ਇਹਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਠੀਕ ਹੈ ਜੀ। ਬਾਕੀ ਗੁਰੂ ਨੇ ਆਪ ਖੁਦ ਸਾਡੀ ਸਹਾਇਤਾ ਕਰਨੀ ਹੈ। ਹਰ ਯੁੱਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਮੇਰੇ ਗੁਰੂ ਨੇ ਸਾਡੀ ਸਾਰਿਆਂ ਦੀ ਪੈਜ ਰੱਖਣੀ ਆ। ਗੁਰੂ ਅੱਗੇ ਆਪਾਂ ਅਰਦਾਸ ਕਰਨੀ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤ ਲਿਓ ਅਵਾਰ। ਅਸੀਂ ਅਰਦਾਸਾਂ ਰੋਜ਼ ਕਰਿਆ ਕਰੀਏ। ਮੈਂ ਬੇਨਤੀ ਕਰਾਂ ਸਾਰੀ ਸੰਗਤ ਦੇ ਚਰਨਾਂ, ਤੁਸੀਂ ਪਾਠ ਕਰਦੇ ਹੋ, ਤੁਸੀਂ ਨਿਤਨੇਮ ਕਰਕੇ ਉੱਠਦੇ ਹੋ, ਤਾਂ ਅਰਦਾਸ ਜ਼ਰੂਰ ਕਰਿਆ ਕਰੋ ਵੀ ਸਤਿਗੁਰੂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤ ਲਿਓ ਅਵਾਰ। ਇਹ ਸ਼ਬਦ ਪੜ੍ਹ ਕੇ ਅਰਦਾਸ ਕਰਿਆ ਕਰੋ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਸਾ ਬਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ।
ਸਰਨ ਪਰੇ ਪ੍ਰਭ ਅੰਤਰ ਜਾਮੇ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਇਹ ਸ਼ਬਦ ਪੜ੍ਹ ਕੇ ਅਸੀਂ ਗੁਰੂ ਦੇ ਅੱਗੇ ਅਰਦਾਸ ਕਰੀਏ, ਵਾਹਿਗੁਰੂ ਦਾ ਸਿਮਰਨ ਵੱਧ ਤੋਂ ਵੱਧ ਕਰੀਏ। ਨਾਮ ਤੋਂ ਬਿਨਾਂ ਸਾਡਾ ਕੋਈ ਸਹਾਈ ਨਹੀਂ ਹੈ। ਬਸ ਸਾਡਾ ਸੰਗੀ ਸਾਥੀ ਜੇ ਕੋਈ ਹੈ ਤਾਂ ਉਹ ਵਾਹਿਗੁਰੂ ਜੀ ਦਾ ਨਾਮ ਹੈ। ਇੱਥੇ ਜਿਵੇਂ ਭਗਤ ਕਬੀਰ ਜੀ ਕਹਿੰਦੇ ਕਿਆ ਮੰਗੋ ਕਿਸ ਸਥਿਰ ਨਾ ਰਹਾਈ। ਕਹਿੰਦੇ ਮੇਰੇ ਮਾਲਕਾ ਮੈਂ ਤੇਰੇ ਕੋਲੋਂ ਕੀ ਮੰਗਾ। ਕੋਈ ਚੀਜ਼ ਇੱਥੇ ਸਥਿਰ ਹੀ ਨਹੀਂ ਹੈ, ਕੋਈ ਚੀਜ਼ ਸਦਾ ਵਾਸਤੇ ਰਹਿਣ ਵਾਲੀ ਨਹੀਂ। ਪਰ ਇੰਨੀ ਗੱਲ ਜ਼ਰੂਰੀ ਹੈ, ਕਹਿੰਦੇ ਰਾਮ ਨਾਮ ਰੱਖ ਮਨ ਮਾਹੀ, ਵੀ ਜੇ ਤੇਰੇ ਨਾਮ ਨੂੰ ਆਪਣੇ ਮਨ ਦੇ ਵਿੱਚ ਰੱਖ ਲਵਾਂ ਤੇ ਇਹ ਨਾਮ ਤੇਰਾ ਸਦਾ ਵਾਸਤੇ ਰਹਿਣ ਵਾਲਾ ਹੈ। ਬਾਕੀ ਸਭ ਕੁਝ ਤੈਸ ਨੈਸ ਖਤਮ ਹੋਣ ਵਾਲਾ ਹੈ। ਸੋ ਗੁਰੂ ਸਵਾਰੋ ਸਮੇਂ ਮੁਤਾਬਕ ਸਮਾਪਤੀ ਹੈ ਜੀ। ਆਪ ਸਰਬੱਤ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਬੈਠ ਕੇ ਸ਼ਬਦ ਵਿਚਾਰਨ ਨੂੰ ਸਰਵਣ ਕੀਤਾ ਹੈ। ਆਓ ਜੀ, ਸੰਧਿਆ ਦਾ ਸਮਾਂ ਹੋ ਚੁੱਕਿਆ ਹੈ, ਸੋਧਰ ਚੌਂਕੀ ਦਾ ਸਮਾਂ ਹੈ। ਹਜ਼ੂਰੀ ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਸੋਧਰ ਚੌਂਕੀ ਸਰਵਣ ਕਰੀਏ ਜੀ। ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਬੁਲਾਓ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।